ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਇਹੀ। ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨਾ। ਮਰਨੇ ਤੇ ਕਿਆ ਡਰਪਨਾ, ਜਬ ਹਾਥ ਸੰਧੌਰਾ ਲੀਨਾ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਸਾਹਿਬ, ਸਰਵਰੇ ਕਾਇਨਾਤ, ਵਾਲੀਏ ਦੋ ਜਹਾਨ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਮੂਹ ਸਤ ਸੰਗੀ ਜਨੋ। ਹਜ਼ੂਰ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ। ਸੰਧਿਆ ਵੇਲੇ ਦੇ ਇਹਨਾਂ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ, ਦੀਨ ਦੁਨੀਆ ਦੇ ਮਾਲਕ ਸਾਹਿਬੇ ਕਮਾਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਲਖ ਤੇ ਜ਼ਿਗਰ ਅਤੀ ਸਤਿਕਾਰਯੋਗ ਮਾਤਾ ਜੀ, ਤਿਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਵਿਸ਼ੇਸ਼ ਦੀਵਾਨ ਉਲੀਕੇ ਹਨ। ਆਓ ਇਸ 5 ਰੋਜ਼ਾ ਦੀਵਾਨ ਦੀ ਅੱਜ ਆਰੰਭਤਾ ਵੇਲੇ ਜੋ ਗੁਰੂ ਪਿਆਰਿਆਂ ਦਾ ਹੁਕਮ ਹੋਇਆ ਹੈ, ਇਤਿਹਾਸ ਦੀ ਲੜੀ ਨੂੰ ਆਰੰਭ ਕਰਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਅਸੀਸ ਦੀ ਦਾਤ ਬਖਸ਼ਿਸ਼ ਕਰੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਵਿੱਚ 2 ਵਾਰ ਸ਼ਹੀਦ ਲਫ਼ਜ਼ ਆਉਂਦਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਔਰ ਧੰਨ ਬਾਬਾ ਕਬੀਰ ਸਾਹਿਬ ਜੀ ਨੇ 2 ਵਾਰ ਇਹ ਬਚਨ ਰੱਬੀ ਬਾਣੀ ਅੰਦਰ ਵਰਤਿਆ ਹੈ ਔਰ ਇਸਲਾਮੀ ਬੋਲੀ ਦਾ ਇਹ ਲਫ਼ਜ਼ ਜਿਹਨੂੰ ਬਾਬੇ ਨਾਨਕ ਦੇ ਘਰ ਨੇ ਕਮਾ ਕੇ ਦਿਖਾਇਆ। ਸ਼ਹੀਦ ਦੇ ਅਖਰੀ ਅਰਥ ਸੱਚ ਦੀ ਗਵਾਹੀ ਦੇਣ ਵਾਲਾ, ਸੱਚ ਦੀ ਖਾਤਰ ਖੜੋ ਜਾਣ ਵਾਲਾ। ਔਰ ਜਦੋਂ ਅਸੀਂ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਦਾ ਜ਼ਿਕਰ ਕਰਦੇ ਹਾਂ, ਇਹਦੇ ਲਈ ਆਮ ਤੌਰ ਤੇ ਇਹ ਲਫ਼ਜ਼ ਵਰਤੇ ਜਾਂਦੇ ਹਨ, ਨਿੱਕੀਆਂ ਜੰਦਾਂ, ਵੱਡੇ ਸਾਕੇ। ਇਹਨਾਂ ਸਾਕਿਆਂ ਦਾ ਕਾਰਨ ਕੀ ਬਣਿਆ? ਸਾਕਿਆਂ ਦੇ ਪਿਛੋਕੜ ਦੇ ਵਿੱਚ ਹੈ ਕਿ ਸਾਹਿਬ ਦੀ ਕਿਰਪਾਲਤਾ ਸਦਕਾ ਇਸ ਵਿਚਾਰ ਨੂੰ ਅੱਜ ਦੇ ਇਸ ਦੀਵਾਨ ਤੋਂ ਆਪਾਂ ਆਰੰਭ ਕਰਨ ਦਾ ਯਤਨ ਕਰੀਏ। ਦੁਨੀਆ ਅੰਦਰ ਇਹ 2 ਲਫ਼ਜ਼ ਰਹਿੰਦੀ ਦੁਨੀਆ ਤੱਕ ਸਦੀਵੀ ਨਾਲ ਚੱਲਣੇ ਹਨ, ਜਿਹਦੇ ਵਿੱਚ ਇੱਕ ਲਫ਼ਜ਼ ਨੂੰ ਅਸੀਂ ਸੱਚ ਤੇ ਦੂਜੇ ਨੂੰ ਝੂਠ ਕਹਿੰਦੇ ਹਾਂ, ਇੱਕ ਨੂੰ ਨੇਕੀ ਤੇ ਦੂਜੇ ਨੂੰ ਬਦੀ ਕਹਿੰਦੇ ਹਾਂ, ਇੱਕ ਨੂੰ ਚੰਗਾ ਜਾਂ ਇਨਸਾਨੀਅਤ ਜਾਂ ਮਨੁੱਖਤਾ ਦਾ ਗੁਣ ਕਹਿੰਦੇ ਹਾਂ, ਦੂਜੇ ਪਾਸੇ ਉਹਦੇ ਪ੍ਰਤੀ ਬੁਰਾਈ ਜਾਂ ਜਿਹਦੇ ਵਿੱਚੋਂ ਸ਼ੈਤਾਨੀਅਤ ਨਜ਼ਰ ਆਉਂਦੀ ਹੋਵੇ। ਐਸੇ ਲੋਕ ਇਸ ਦੁਨੀਆ ਤੇ ਆਉਂਦੇ ਹਨ। ਔਰ ਸਾਕੇ ਦੀ ਆਰੰਭਤਾ ਕੀ ਹੈ? ਅਸਲੀਅਤ ਹੈ, ਵਿਦਵਾਨ ਪੁਰਖ ਕਹਿੰਦੇ ਨੇ ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਇੱਕ ਪਾਸੇ ਬਾਬੇ ਕਿਆਂ ਦੀ ਗੱਲ ਹੈ, ਇੱਕ ਪਾਸੇ ਬਾਬਰ ਕਿਆਂ ਦੀ ਗੱਲ ਹੈ। ਰਹਿੰਦੀ ਦੁਨੀਆ ਤੱਕ ਬਾਬੇ ਕੇ ਵੀ ਚੱਲਣੇ ਨੇ, ਤੇ ਯਾਦ ਰਵੇ ਇਸੇ ਦੁਨੀਆ ਵਿੱਚ ਬਾਬਰ ਕਿਆਂ ਦਾ ਵੀ ਨਾਸ ਨਹੀਂ ਹੋਣਾ। ਬਦੀ ਵਾਲੇ ਵੀ ਲੋਕ ਆਉਂਦੇ ਹਨ, ਪਰ ਅੰਮ੍ਰਿਤਮਈ ਬਾਣੀ ਨੇ ਇਹ ਸਾਡੇ ਸਾਹਮਣੇ ਦਾਤ ਰੱਖੀ ਹੈ ਕਿ ਨਾਨਕ ਆਖੈ ਰੇ ਮਨਾ, ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ, ਕੱਢ ਵਹੀ ਤਲਬਾ ਪੌਸਨ ਆਕੀਆਂ ਬਾਕੀ ਜਿੰਨਾ ਰਹੀ। ਅਜ਼ਰਾਈਲ ਫਰੇਸ਼ਤਾ ਹੋਸੀ ਆਏ ਤਹੀ, ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਸਦੀਵੀ ਹੈ, ਸੱਚ ਨੇ ਸਦਾ ਜਿਉਂਦੇ ਰਹਿਣਾ ਹੈ। ਝੂਠੇ ਬੰਦੇ ਚੱਲਦੇ ਜ਼ਰੂਰ ਨੇ, ਪਰ ਝੂਠਿਆਂ ਦੀ ਮੰਜ਼ਿਲ ਕਦੇ ਨਹੀਂ ਹੁੰਦੀ। ਮਹਾਰਾਜ ਗੁਰੂ ਨਾਨਕ ਸਾਹਿਬ ਸਤਿਗੁਰੂ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਐਸੀ ਆਰੰਭਤਾ ਸੱਚ ਦੀ ਗੁਰੂ ਨਾਨਕ ਸਾਹਿਬ ਨੇ ਕੀਤੀ। ਅਸੀਂ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਚੋਂ ਇਹ ਬਚਨ ਪੜ੍ਹਦੇ ਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਆਉਣ ਸਦਕਾ ਕੈਸੀਆਂ ਖੇਡਾਂ ਵਰਤੀਆਂ। ਸਾਰਿਆਂ ਦੀ ਰਸਨਾ ਤੇ ਇਹ ਪੌੜੀ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਤਰੋਆ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਸ ਦੁਨੀਆ ਦੇ ਵਿੱਚ ਆਉਣਾ, ਪ੍ਰਕਾਸ਼ਮਾਨ ਹੋਣਾ। ਭਾਈ ਗੁਰਦਾਸ ਕਹਿੰਦੇ ਨੇ ਆਉਣ ਦਾ ਕਾਰਨ ਕੀ ਬਣਿਆ? ਆਏ ਨੇ ਤੇ ਕੀ ਕੁਝ ਹੋਇਆ? ਪਹਿਲਾਂ ਉਹ ਕਹਿੰਦੇ ਨੇ ਮਿੱਟੀ ਧੁੰਦ ਜਗ ਚਾਨਣ ਹੋਵਾ। ਇੱਕ ਹਨੇਰਾ ਆ ਹੈ ਜਿਹਦੇ ਵਿੱਚ ਇਲੈਕਟ੍ਰੀਕਲ ਸਾਧਨ ਜਾਂ ਪ੍ਰਕਾਸ਼ ਕੀਤਾ ਜਾਏ ਤੇ ਹਨੇਰਾ ਮੁੱਕਦਾ ਹੈ। ਇੱਕ ਹਨੇਰਾ ਧੁੰਦ ਦਾ ਵਿਦਵਾਨਾਂ ਮੰਨਿਆ, ਜਿਹਦੇ ਵਿੱਚ ਸੰਸਾਰੀ ਪ੍ਰਕਾਸ਼ ਕੀਤੇ ਆ ਉਹ ਧੁੰਦ ਦੂਰ ਨਹੀਂ ਹੁੰਦੀ। ਜਿੰਨਾ ਚਿਰ ਸੂਰਜ
ਸਿਖਰਾਂ ਤੇ ਆ ਕੇ ਆਪਣਾ ਤੇਜ਼ ਪ੍ਰਤਾਪ ਨਾ ਕਰੇ। ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਦੀ ਗੱਲ ਭਾਈ ਗੁਰਦਾਸ ਜੀ ਨੇ ਵੀ ਲਿਖੀ, ਅੰਮ੍ਰਿਤਮਈ ਬਾਣੀ ਨੇ ਵੀ ਲਿਖੀ ਕਿ ਉਸ ਵੇਲੇ ਦੀ ਸਮਾਜਿਕ ਦਸ਼ਾ ਕੈਸੀ ਹੈ, ਉਸ ਵੇਲੇ ਦੀ ਰਾਜਨੀਤਿਕ ਦਸ਼ਾ ਕੈਸੀ ਹੈ, ਉਸ ਵੇਲੇ ਦੀ ਧਾਰਮਿਕ ਦਸ਼ਾ ਕੈਸੀ ਹੈ। ਬਹੁਤ ਸੌਖਾ ਸਮਝਣਾ ਹੋਏ ਮੈਂ ਕਹਾਂ ਵੀ ਅੱਜ ਦੇ ਵੇਲੇ ਨੂੰ ਉਸ ਵੇਲੇ ਦੇ ਬਰਾਬਰ ਰੱਖ ਕੇ ਵੇਖ ਲਈਏ ਤੇ ਸ਼ਾਇਦ ਕੋਈ ਬਹੁਤਾ ਫਰਕ ਨਹੀਂ ਹੋਏਗਾ। ਇਨਸਾਨੀਅਤ ਨੂੰ ਵੰਡਿਆ ਜਾ ਰਿਹਾ ਜੀ, ਧਰਮ ਦੇ ਪੱਖ ਨੂੰ ਵੰਡਿਆ ਜਾ ਰਿਹਾ, ਰਾਜਨੀਤਿਕ ਲੋਕਾਂ ਦਾ ਤੇ ਕਹਿਣਾ ਕੀ। ਪਰ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰੂ ਦਾ ਆਉਣਾ ਐਸਾ ਸੱਚ ਦੁਨੀਆ ਦੇ ਵਿੱਚ ਮਹਾਰਾਜ ਨੇ ਬਖੇਰਿਆ, ਪ੍ਰਕਾਸ਼ ਕੀਤਾ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿਵੇਂ ਕਿਤੇ ਰਣ ਤੱਤੇ ਦੇ ਵਿੱਚ, ਜੰਗਲ ਦੇ ਵਿੱਚ ਜਦੋਂ ਸ਼ੇਰ ਗਰਜਦਾ ਤੇ ਜਿਹੜੇ ਸਹਿਮ ਵਾਲੇ ਜਾਨਵਰ ਨੇ ਉਹਨਾਂ ਨੂੰ ਦੌੜਦਿਆਂ ਦੇਰ ਨਹੀਂ ਲੱਗਦੀ। ਬਾਬੇ ਨਾਨਕ ਦੀ ਸੱਚ ਦੀ ਆਵਾਜ਼ ਦੁਨੀਆ ਦੇ ਖਿੱਤੇ ਵਿੱਚ ਸੱਚ ਕਿਹਾ, ਪਖੰਡ ਰੂਪੀ ਹਿਰਨ ਜਿਹੜੇ ਉਹਨਾਂ ਨੂੰ ਦੌੜਦਿਆਂ ਦੇਰ ਨਾ ਲੱਗੀ। ਸੱਚ ਦੁਨੀਆ ਦੇ ਸਾਹਮਣੇ ਆਇਆ। ਧਿਆਨ ਦੇਣਾ, ਸਾਕਾ ਹੈ ਕੀ, ਸਾਕੇ ਦਾ ਪਿਛੋਕੜ ਕੀ ਹੈ। ਹੁਣ ਇੱਕ ਸਮੇਂ ਦੇ ਵਿੱਚ ਉਹ ਲੋਕ ਸਨ ਜਿਹੜੇ ਧਾਰਮਿਕ ਲੋਕਾਂ ਅੱਗੇ ਸਿਰਫ ਹੱਥ ਜੋੜਦੇ, ਹਿੰਮਤ ਨਹੀਂ ਸੀ ਬ੍ਰਾਹਮਣ ਨੂੰ ਪੁੱਛਣ ਦੀ ਵੀ ਜੋ ਤੂੰ ਕਹਿ ਰਿਹਾ ਹੈ ਇਹਦੇ ਮਗਰ ਕਾਰਨ ਕੀ ਹੈ, ਇਹਦੇ ਅਰਥ ਕੀ ਹਨ। ਸਿਰਫ ਬ੍ਰਾਹਮਣ ਦਾ ਬੋਲ ਸੀ ਕਿ ਜ਼ਬਾਨ ਤੋਂ ਕੋਈ ਸ਼ੂਦਰ ਬੰਦਾ ਖੁਦਾ ਦਾ ਰੱਬ ਦਾ ਨਾਂ ਲੈਦਾ ਉਹਦੀ ਜ਼ਬਾਨ ਕੱਟ ਦਿੱਤੀ ਜਾਏ। ਬ੍ਰਾਹਮਣ ਦਾ ਕਹਿਣਾ ਸੀ, ਲੋਕ ਮੰਨ ਲੈਂਦੇ ਸੀ। ਕੰਨੀ ਸਿੱਕਾ ਢਾਲ ਕੇ ਪਾ ਦਿਓ, ਲੋਕ ਮੰਨ ਲੈਂਦੇ ਸੀ। ਕਹਿ ਦਿੱਤਾ ਵੀ ਜਿੱਥੋਂ ਪਸ਼ੂ ਪਾਣੀ ਪੀਵੇ ਸ਼ੂਦਰ ਉੱਥੋਂ ਪਾਣੀ ਪੀਵੇ, ਲੋਕ ਮੰਨਦੇ ਸਨ। ਸ਼ੂਦਰ ਤੇ ਆਪਣੇ ਨਾਲ ਝਾੜੂ ਬੰਨ ਕੇ ਚੱਲਦਾ, ਪੈੜਾਂ ਦੇ ਨਿਸ਼ਾਨ ਵੀ ਨਾ ਰਹਿ ਜਾਣ। ਸਤਿਗੁਰੂ ਨੇ ਇਹ ਸਿੰਘ ਗਰਜ, ਇਹ ਸੱਚ ਧਰਮ ਦੇ ਲੋਕਾਂ ਦੇ ਪ੍ਰਤੀ ਸਾਹਮਣੇ ਰੱਖਿਆ। ਹਜ਼ੂਰ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਆਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾਬਾ। ਧਰਮ ਦੇ ਨਾਂ ਤੇ ਸੱਚ ਦੁਨੀਆ ਨੂੰ ਦੱਸਿਆ ਵੀ ਭਲਿਓ ਇਹ ਜਿਹੜੇ ਲੋਕ ਨੇ ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਹੋਂ ਭਾਲ ਵੇ ਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਸੱਚ ਕਿਹਾ ਮਹਾਰਾਜ ਨੇ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਇਹ ਕਹਿਣਾ ਹਜ਼ੂਰ ਦਾ, ਧਿਆਨ ਦੇਣਾ, ਫਕੀਰ ਰੂਪ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਹ ਗੱਲ ਕਹਿਣੀ ਕਿ ਪਾਪ ਕੀ ਜੰਨ ਲੈ, ਕਾਬਲੋਂ ਧਾਇਆ ਜੋਰੀ ਮੰਗੈ, ਦਾਨ ਵੇ ਲਾਲੋ। ਜਿਹੜੀ ਖੁਰਾਸਾਨ ਤੋਂ ਚੱਲ ਕੇ ਬਾਬਰ ਦੀ ਫੌਜ ਆਈ ਹੈ, ਸੱਚ ਹੈ ਇਸ ਪਾਪ ਦੀ ਜੰਨ ਦਾ ਲਾੜਾ ਹੈ ਬਾਬਰ। ਸਾਹਮਣੇ ਖੜੋ ਕੇ ਕਹਿਣਾ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਧਿਆਨ ਦਿਓ, ਸੱਚ ਇਹੀ ਹੈ। ਮੈਂ ਦੋ ਕੁ ਬੋਲ ਨਾਲ ਕਵਾਂ, ਸੌਖੀ ਗੱਲ ਸਮਝ ਆਏ ਜੀ। ਪੰਜਾਬ ਦੀ ਧਰਤੀ ਦੇ ਅਸੀਂ ਸਿੱਖ ਲੋਕ ਵਸੰਦੇ ਆ। ਪੰਜਾਬ ਦੀ ਧਰਤੀ ਤੇ ਹੀ ਅੱਜ ਜੇ ਕੋਈ ਕਵੇ ਮੈਂ ਖਾਲਸੇ ਦੀ ਗੱਲ ਕਰਨੀ ਹੈ, ਸਰਬੱਤ ਖਾਲਸੇ ਦੀ ਗੱਲ ਕਰਨੀ ਹੈ, ਤੇ ਅੱਜ ਦਾ ਰਾਜਨੀਤਿਕ ਕਿਤੇ ਕਰਨ ਦਿੰਦਾ? ਬਿਲਕੁਲ ਵੀ ਨਹੀਂ ਕਰਨ ਦਿੰਦਾ। ਸੱਚ ਨੂੰ ਉਹ ਕਹਿੰਦਾ ਬੇਸ਼ੱਕ ਮਿਟਾ ਦਿਓ, ਪਰ ਇਹ ਤੋਂ ਸੱਚ ਦੀ ਆਵਾਜ਼ ਨਹੀਂ ਨਿਕਲਣੀ ਚਾਹੀਦੀ। ਇਹੀ ਕੁਝ ਬਾਬਰ ਦਾ ਸੀ ਵੀ ਜੋ ਮੈਂ ਚਾਹਾਂ ਉਹ ਹੋਵੇ, ਪਰ ਗੁਰੂ ਨਾਨਕ ਸਾਹਿਬ ਨੇ ਆਮ ਲੋਕਾਈ ਦੇ ਅੰਦਰ ਇਨਸਾਨੀਅਤ ਦਾ ਬੀਜ ਬੀਜਿਆ, ਮਨੁੱਖਤਾ ਦਾ ਬੀਜ ਬੀਜਿਆ। ਲੋਕਾਂ ਨੂੰ ਧਰਾਤਲ ਤੇ ਖੜਿਆ ਕਰਕੇ ਜਿਉਣ ਦੀ ਜੁਗਤੀ ਸਿਖਾਈ ਕਿ ਭਲਿਆ ਹਰ ਇੱਕ ਨੂੰ ਜਿਉਣਾ ਚਾਹੀਦਾ ਹੈ, ਆਪਣੇ ਬਲ ਬੂਤੇ ਤੇ ਜੀ ਕੇ ਵੇਖ। ਇਹ ਸੱਚ ਗੁਰੂ ਨਾਨਕ ਸਾਹਿਬ ਆਰੰਭ ਕੀਤਾ। ਇਹ ਸੱਚ ਦੀ ਆਵਾਜ਼ ਅੱਗੇ ਤੁਰੀ।
बाबे कियां दे गद्दी ते बैठे हजूर गुरु अंगद देव महाराज, बिल्कुल साडे लागे दी धरती खडूर साहिब। बाबर कियां दा गद्दी ते आया जी हमायूं। हमायूं कनौज दे मैदान विचों शेर शाह सूरी कोलों हार गया। अपनी थोड़ी जी फौज दी टुकड़ी लैके दुआबे विच दी लंघदा होया इन्हें ब्यास पार कीता। दरिया पार करके खडूर साहब जाके इन्हें दम लिया। महाराज एक रुख दी छावें बैठ निक्के निक्के बच्चियां नूं पंजाबी भाषा जिहड़ी वो सिखा रहे हैं। ये भी याद रहे कि गुरु नानक साहब जी दी अमृतमई बाणी जां साहब दे वेले जिन्नियां गुरु ग्रंथ साहब विच पट्टियां ने सारियां सस्से तो आरंभ हुंदियां ने। हजूर गुरु अंगद देव महाराज ने 35 अखरी दे जन्मदाता गुरु अंगद साहब सच्चे पातशाह ने ऊड़े तो लैके डाड़े तक हजूर गुरु अंगद देव जी ने यह रूप साडी झोली पाया। महाराज निक्के निक्के बच्चियां नूं पढ़ना सिखाउंदे ने, धर्म दी संसारी सेवा निभा रहे ने। हमायूं सामने आया, कोशिश सी भी गुरु साहब उठणगे, मैं बादशाह हां। अज कह लिए गुरु रामदास जी दे दर वक्त दा हाकम चलिया जाए ते सिंह सहबान भी महाराज जी दी हजूरी चों उठ के खड़ो जांदे। पार नहीं है, ये वड्डा है, जो चाहेगा हो सकता है, भरोसा ना करना। उन्होंने सी भी मैं बादशाह हां, गुरु अंगद देव महाराज उठ के मेरा सत्कार करनगे। सतगुरु जी घर दी जे बाणी ये कहंदी है ना कि परवाह नाही किसे केरी बाज सच्चे ना। सच्चे खसम तो बिना परवाह ही किसे दी नहीं। महाराज ने तकिया भी नहीं। उसे वेले हमायूं ने तलवार बाहर कढ़ी। सतगुरु मुस्कुरा के कहंदे ने, हमायूं फकीरां ते तलवार चुकनी बहुत सौखी है, तैनू होएगा ये अग्गियों बोलदा नहीं। इन्हें किहड़ा मुकाबला करना है, हाथ जोड़ देगा। पर सच दे के अपनी जमीर नू पुछ, जिथे ये तलवार निकलनी चाहिए सी उथे ते ये निकली ना। किस करके तुरिया फिरदा है? ये सच दी आवाज है। गुरु नानक साहब दे जन्मदाते ने, इन्हें कदी मुकना नहीं। फिर इसे गद्दी ते बैठे धन गुरु अमरदास पिता गुरु रामदास महाराज, इसे बाबे कियां दी बाबर कियां दी गद्दी ते अकबर बादशाह बैठा। संबंध वक्त नाल गुरु घर नाल कुछ चंगे रहे। पंचम पिता हजूर गुरु अर्जन देव साहिब आए। बाबे कियां दी गद्दी ते महाराज जी विराजमान ने। बाबर कियां दी गद्दी दे उत्ते अकबर दा पुत्र जहांगीर बैठा, जिदा नाम है शहजादा सलीम। उन्हें तो खलस रखिया, जहां मैना जहान, गीर मैना मुट्ठी, कि सारा जहान मेरी मुट्ठी विच है। वो बैठा। महाराज गुरु अर्जन देव साहब ने कौम नू एक नवी दात दिती। चेता रहे, कोई भी कौम नू धरातल ते खड़िया करन लई तीन चीजां दा होना सब तो जरूरी हुंदा है। पहले नू कहंदे ने अहले मुकाम, दूजे नू कहंदे ने अहले निजाम, ते तीजे नू कहा जांदा है जी अहले कलाम। किसी कौम नू चंगी सेध देनी होवे, ओदे लई एक मरकज दा होना, केंद्र बिंदु दा होना जरूरी है। महाराज ने हरमंदर साहब साजिया, कौम नू एक थां इकट्ठियां कीता, एक केंद्र बनाया, सिੱਖੀ दा धुरा साजिया। दूजा उसे धरती तो महाराज ने अहले निजाम दिता। निजाम कहंदे ने चंगे प्रबंध नू। उसे धरती ते बह के सतगुरु ने अहले कलाम बख्शिया। सतगुरु श्री गुरु ग्रंथ साहब जी दी बाणी। ये सच इना क प्रकाशमान होया तोज के जहांगीरी विच जहांगीर खुद लिखदा जी कि मैं इस सच नू बर्दाश्त नहीं सी कर सकता। भोले भाले हिंदू मुसलमान लोग सिख बनते जा रहे ने। इस सच दी खातर महाराज गुरु अर्जन देव जी शहीद होए। विद्वान ने बड़े प्यारे बोल लिखे ने कि बाबे नानक वाली सिंह गर्ज, सच दी आवाज
ਪੰਚਮ ਪਾਤਸ਼ਾਹ ਤੱਕ ਆਈ। ਹਜ਼ੂਰ ਨੇ ਜੋ ਗੱਲਾਂ ਕਹੀਆਂ ਉਹਨੂੰ ਇੱਕ ਫਾਰਸੀ ਦਾ ਵਿਦਵਾਨ ਲਿਖਦਾ ਹੈ ਕਿ ਮੇਰੀ सदा को दबाना तो मुमकिन है, मगर बदलते जमाने की रफ्तार कौन रोकेगा। तुम्हारी आतिश फसीलें बहुत बुलंद सही, मगर हयात की ललकार कौन रोकेगा। मेरे ख्यालों की परवाज रोकने वाले हरगोबिंद की तलवार कौन रोकेगा। तू मेरे ख्यालों नूं नहीं मिटा सकता। ਜਿਹੜੀ ਉਡਾਰੀ ਮੇਰੇ ਖਿਆਲ ਲੈ ਕੇ ਉੱਡ ਗਏ, ਉਹ ਉਡਾਰੀ ਤੱਕ ਤੇਰੀ ਇਹ ਤੱਤੀ ਤਵੀ ਨਹੀਂ ਅਪੜੇਗੀ। ਮੇਰੇ ਪੁੱਤ ਦੇ ਹੱਥ ਤੇਗ ਆਏਗੀ, ਸੱਚ ਜਾਣੀ ਤੂੰ ਉਹਦਾ ਮੁਕਾਬਲਾ ਨਹੀਂ ਕਰ ਸਕੇਗਾ। ਬਾਬਰ ਕਿਆਂ ਦੀ ਗੱਦੀ ਤੇ ਆਇਆ ਜੀ ਸ਼ਹਿਜ਼ਾਦਾ ਖੁਰਮ, ਤੋਂ ਖਲਸ ਰੱਖਿਆ ਉਹਨੇ ਸ਼ਾਹ ਜਹਾਂ, ਸਾਰੇ ਜਹਾਨ ਦਾ ਸ਼ਾਹ। ਬਾਬੇ ਕਿਆਂ ਦੀ ਗੱਦੀ ਤੇ ਆਏ ਦਲ ਭੰਜਨ ਗੁਰਸੂਰਮਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। महाराज ने सच दी खातर 4 जंगा लड़ियां जी। लोहगढ़ साहिब श्री अमृतसर साहिब, दूजी जंग महरास बठिंडा, तीजी हरगोबिंदपुरे दी और चौथी करतारपुर साहिब जिला जलंधर। 4 जंगा महाराज सच दी खातर लड़ियां। बाबे कियां दी गद्दी ते फिर आए हजूर गुरु हर राय महाराज, गुरु हर कृष्ण जी। बाबर कियां दी गद्दी ते शाहजहां दे 4 पुत ने। पहला शुजादा, दूसरा मुराद, तीसरे दा नाम है दारा शिको, चौथा है महीउद्दीन जिन्हें तुखलस रखिया औरंगजेब। 4 दी आपस विच लड़ाई करके कुछ समा गुरु घर तो ये लोग पासे रहे, पर औरंगजेब दा गद्दी ते बैठना ते इस करतारपुर साहब तो धीरमल दे अनेकां खत जाने, जिस करके 8वें पातशाह नूं ओह खुद दिल्ली सददा। महाराज जी दे ज्योति जोत समाउण तो बाद 9वें गुरुदेव धन गुरु तेग बहादुर साहिब गुरता गद्दी ते विराजमान होए। पहली वार मनुखता दी खातर, मनुखां दे हक्कां दी खातर, तिलक जंजू दी खातर धन गुरु तेग बहादुर जी शहादत दा जाम पींदे। पर याद रवे पुरातन इतिहासकारां ने किते भी गुरु तेग बहादुर साहब नूं ना हिंद दी चादर लिखिया, ना धर्म दी चादर लिखिया। कवि सैनापत 52 कवियां दे विचों जिहड़े ने वो महाराज जी वास्ते लफज वरतदे ने तेग बहादुर सृष्ट दी चादर, समुची कायनात नूं कज लैण वाले। ये सच दी आवाज बाबे नानक तो आरंभ हुई, हरेक गद्दी तक चलती रही। 9वें गुरु ने दिल्ली दी धरती ते बैठिया कुछ अल्फाज जलाद जलालोदीन ते काजी अब्दुल वाहद राही महाराज औरंगजेब नूं कहिंदे ने भी तू सच मिटाउणा चाहुंदा है, पर यह सच मिटना नहीं। कवि तरलोक सिंह दे ये बोल ने, हजूर कहिंदे ने मैं हां तेग ते कढ लै तेग तू भी, 1 2 नहीं परख लै 100 तेगा। मैनू लकबा तेग बहादरी दा, मेरे सावे नहीं सकदियां होर तेगा। मैं ते जमदियां तेगां दी शां माणी, वेख बापू दियां पहलियां 2 तेगां। मेरे पिता दी अणख बहादरी ते रिया परख दा तेरा प्यो तेगां। वेखी आउंदे भविखे अंदर मेरे पुत ने वाहणियां वो तेगां। ओदी तेग विचों जेड़ी तेग निकलू लखां लएगी तेरियां खो तेगां। महाराज जी दी शहादत तो बाद धन सतगुरु गुरु गोबिंद सिंह महाराज बाबे कियां दी गद्दी ते श्री आनंदपुर साहिब दी धरती ते विराजमान होए। मैं थोड़े जे पक्ष तां आरंभ कीते सन। एक पक्ष यह है जो वक्त दे लोक मुसलमान सन। फिर आप जी दे ज्ञात लई अर्ज करदे हां, बड़े बड़े महान विद्वान जनां नूं तुसीं इन्हां स्टेजां तो सुणदे हो। असीं सिर्फ उन्हां दे विद्यार्थियां सिखियार्थियां उन्हां पासों पढ़े, पर 2 कुछ बोल कहने मैं योग समझदा हां। जिहड़ा धर्म है जी मुसलमान, आरंभता सी इस्लाम दे बानी हजरत मुहम्मद साहब तो, जो उन्हां दी अपनी गल सी
ਉਹਨਾਂ ਸਿਰਫ ਦਫਨਾਉਣ ਦੀ, ਮੁਰਦੇ ਦਫਨਾਉਣ ਦੀ ਉਹਨਾਂ ਕਾਰਜ ਇਸ ਕਰਕੇ ਚਲਾਇਆ ਵੀ ਅਰਬ ਵਿੱਚ ਰੁੱਖ ਬਹੁਤ ਘੱਟ ਸਨ। ਜੇ ਇਹ ਲੋਕ ਸੰਸਕਾਰ ਕਰਨ ਲੱਗ ਪਏ, ਅਰਬ ਦੇ ਵਿੱਚੋਂ ਬਿਲਕੁਲ ਰੁੱਖਾਂ ਦਾ ਖਾਤਮਾ ਹੋ ਜਾਣਾ। ਪਰ ਧਰਮ ਦੇ ਕਾਜੀ ਨੇ ਇਸ ਗੱਲ ਨੂੰ ਬਦਲਿਆ। ਆਸਾ ਦੀ ਵਾਰ ਚ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਆ ਨਾ, ਜਿੱਥੇ ਮਹਾਰਾਜ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੈ ਭਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਹੁਣ ਕਾਜੀ ਕਹਿੰਦਾ ਵੀ ਸਰੀਰ ਮਰਦਾ ਹੈ ਤੇ ਰੂਹ ਨਹੀਂ ਮਰਦੀ, ਉਹ ਸਰੀਰ ਦੇ ਨਾਲ ਰਹਿੰਦੀ ਹੈ ਤੇ ਦਫਨਾਈ ਜਾਂਦੀ ਹੈ। ਤਾਂ ਦਫਨਾਈ ਜਾਂਦੀ ਹੈ, ਕਿਆਮਤ ਦਾ ਦਿਨ ਆਉਣਾ, ਰੂਹਾਂ ਹਜ਼ਰਤ ਮੁਹੰਮਦ ਸਾਹਿਬ ਉਠਾ ਕੇ ਲਿਜਾਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਕਾਜੀ, ਤੂੰ ਝੂਠ ਬੋਲਦਾ। ਜੇ ਰੂਹਾਂ ਹੋਣ ਤੇ ਘੁਮਿਆਰ ਜਿਹੜਾ ਉਹ ਚੀਕਣੀ ਮਿੱਟੀ ਪੁੱਟ ਕੇ ਜਦੋਂ ਚੱਕ ਤੇ ਚਾੜ ਕੇ ਭਾਂਡੇ ਬਣਾ ਕੇ ਉਹਨਾਂ ਨੂੰ ਅੱਗ ਦਾ ਤਾ ਦਿੰਦਾ ਹੈ। ਜੇ ਰੂਹਾਂ ਹੋਣ ਤੇ ਵਿੱਚੋਂ ਆਵਾਜ਼ ਜ਼ਰੂਰ ਆਏ, ਜਲ ਜਲ ਰੋਵੇ ਬਪੜੀ, ਝੜ ਝੜ ਪਵੇ ਅੰਗਿਆਰ, ਇਹ ਰੋਣਗੇ। ਹੁਣ ਕਾਜ਼ੀ ਕਹਿੰਦਾ ਜੀ ਕਿਆਮਤ ਦਾ ਦਿਨ, ਤੇ ਕਾਜੀ ਨੂੰ ਕਿਸੇ ਪੁੱਛਿਆ ਵੀ ਕਿਆਮਤ ਦਾ ਦਿਨ ਕਦੋਂ ਆਏਗਾ? ਉਹ ਕਹਿਣ ਲੱਗਾ ਜੀ ਉਦੋਂ ਕਿਆਮਤ ਦਾ ਦਿਨ ਆਉਣਾ ਜਦੋਂ ਸਾਰੀ ਦੁਨੀਆ ਇਸਲਾਮ ਚ ਬਦਲ ਗਈ। ਔਰ ਇਹ ਅਲਫਾਜ਼ ਉਹਦੇ ਸਿਰਫ ਅਲਫਾਜ਼ ਨੇ, ਪਰ ਇਹ ਕਦੀ ਸੱਚ ਨਹੀਂ ਹੋਣਾ। ਆਹੀ ਕੁਝ ਅੱਜ ਇੱਥੇ ਜਿਹੜੇ ਪੈਸੇ ਦੇ ਕੇ ਧਰਮ ਖਰੀਦਦੇ ਨੇ ਈਸਾਈਅਤ ਵਾਲੇ ਲੋਕ, ਉਹ ਕਹਿੰਦੇ ਨੇ ਪ੍ਰਭੂ ਯਿਸੂ ਸਭ ਦਾ ਭਲਾ ਕਰਨ ਆਉਣਗੇ। ਪਰ ਕਦੋਂ? ਜਦੋਂ ਸਾਰੀ ਦੁਨੀਆ ਈਸਾਈ ਮਤ ਵਿੱਚ ਬਦਲ ਗਈ। ਇੰਜ ਨਹੀਂ ਕਦੇ ਹੁੰਦਾ। ਆਹੀ ਕਾਰਨ ਸੀ, ਉਹ ਕਹਿੰਦੇ ਸੀ ਇਸ ਧਰਤੀ ਤੇ ਸਭ ਲੋਕ ਸਾਡੇ ਅਨੁਯਾਈ ਰਹਿਣ, ਪਰ ਗੁਰੂ ਕਲਗੀਆਂ ਵਾਲੇ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ, ਮਹਾਰਾਜ ਨੇ ਐਸੀ ਰੂਹ ਭਰ ਦਿੱਤੀ ਜਿਹੜੇ ਲੋਕ ਅੱਤ ਦੇ ਲਤਾੜੇ ਗਏ, ਗਰੀਬ ਗੁਰਬੇ। ਇੰਜ ਕਹਿ ਦਈਏ ਵੀ ਅਸੀਂ ਜਿੰਨੇ ਕ ਬੈਠੇ ਆ ਜੀ, ਅਸੀਂ ਬ੍ਰਾਹਮਣ ਦੀ ਜਾਂ ਮੁਗਲ ਦੀ ਨਜ਼ਰ 'ਚ ਤੇ ਅਸੀਂ ਸਾਰੇ ਲਤਾੜੇ ਸਾਂ। ਸਾਡੇ ਸਿਰਾਂ ਤੇ ਸੋਹੰਦੀਆਂ ਦਸਤਾਰਾਂ, ਦੁਮਾਲੇ, ਸਾਡੇ ਬਾਣੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਰਹਿਮਤ ਸਦਕਾ ਹੈ। ਜੀਣਾ ਹੀ ਗੁਰੂ ਪਿਤਾ ਨੇ ਸਿਖਾਇਆ, ਜਿਨ੍ਹਾਂ ਨੇ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਇਨਕਲਾਬ ਪੈਦਾ ਕੀਤਾ। ਹੁਣ ਇੱਕ ਕਾਰਨ ਮੁਗਲ ਸ਼ਾਸਕਾਂ ਦਾ, ਦੂਸਰਾ ਕਾਰਨ ਇੱਕ ਹੋਰ ਵਿਦਵਾਨ ਪੁਰਖਾਂ ਲਿਖਿਆ ਜੋ ਸਾਕੇ ਤੱਕ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰਿਹਾ ਕਰਵਾਏ। ਇੱਕ ਰਾਜਾ, ਉਹਦਾ ਨਾਂ ਸੀ ਤਾਰਾ ਚੰਦ। 22 ਰਿਆਸਤਾਂ ਨੇ ਹਿਮਾਚਲ ਦੀਆਂ, 22 ਰਿਆਸਤਾਂ ਨੂੰ 22 ਧਾਰ ਦੇ ਰਾਜੇ ਵੀ ਕਿਹਾ ਜਾਂਦਾ। ਪਹਾੜੀ ਦੇ ਨਾਲ ਵਗਦੀ ਹੋਈ ਇੱਕ ਖੱਡ ਜਿਹਦੇ ਚੋਂ ਪਾਣੀ ਵਹਿੰਦਾ, ਉਹਨੂੰ ਧਾਰਾ ਕਹਿੰਦੇ ਨੇ। ਇਵੇਂ 22 ਧਾਰਾ ਵਗਦੀਆਂ ਸਨ ਤੇ ਇੱਕ ਇੱਕ ਧਾਰਾ ਦਾ ਰਾਜਾ ਜਿਹੜਾ ਉਹ ਇੱਕ ਧਾਰਾ ਦਾ ਰਾਜਾ ਹੋਇਆ। 22 ਧਾਰਾਂ ਦੇ ਇਦਾਂ 22 ਰਾਜੇ ਬਣਦੇ ਨੇ। ਸਭ ਤੋਂ ਵੱਡੀ ਰਿਆਸਤ ਕਹਿਲੂਰ ਦੀ, ਇਹਦਾ ਮੁਖੀ ਰਾਜਾ ਤਾਰਾ ਚੰਦ। ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ। ਇਹਦੀ ਮਾਤਮ ਪੁਰਸ਼ੀ ਤੇ ਗੁਰੂ ਤੇਗ ਬਹਾਦਰ ਜੀ ਗਏ। ਇਹਦੀ ਰਾਣੀ ਚੰਪਾ ਕੋਲੋਂ ਸਤਿਗੁਰੂ ਨੇ ਜ਼ਮੀਨ ਮੁੱਲ ਲਈ ਪਿੰਡ ਮਾਖੋਵਾਲ ਦੀ, ਜਿੱਥੇ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਵਸਾਇਆ। ਦੀਪ ਚੰਦ ਮਰਿਆ, ਉਹਦਾ ਪੁੱਤਰ ਸੀ ਭੀਮ ਚੰਦ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ 17 ਸਾਲ ਦੇ, ਭੀਮ ਚੰਦ ਤਕਰੀਬਨ 34 ਸਾਲ ਦਾ। ਉਹ ਬਹੁਤ ਸ਼ੋਭਾ ਸੁਣੀ ਉਹਨੇ ਸਾਹਿਬ ਦੇ ਘਰ ਦੀ ਕਿ ਮਹਾਰਾਜ ਜੀ ਇਸ ਘਰ 'ਚ ਰਣਜੀਤ ਨਗਾਰੇ ਦੀਆਂ ਚੋਟਾਂ, ਸੋਹਣੇ ਹਥਿਆਰ ਸਿੱਖ ਲੈ ਕੇ ਆਉਂਦੇ ਨੇ। ਇੱਥੇ ਕੀਮਤੀ ਘੋੜੇ, ਮਹਾਰਾਜ ਸ਼ਾਸਤਰ ਵਿਦਿਆ ਦਿੰਦੇ ਨੇ। ਘੋੜਿਆਂ ਤੇ ਚੜਨਾ ਸਿਖਾਇਆ। ਜਿਹੜੇ ਲੋਕਾਂ ਦੀ ਇਹ ਗੱਲ ਅਸੀਂ ਇਤਿਹਾਸ ਚੋਂ ਪੜ੍ਹਦੇ ਆ, ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬੂ ਨੇ ਪਕੜੀ, चिड़ी उड़ी तो हम डर जाएं, दुश्मन से कैसे लड़ पाए। उन्होंने मुखादब करके हजूर किया, इन गरीब सिंगन को मैं द्यूं पातशाही, ये याद करे हमरी गुरियाई, राज करन की रीत सिखाऊं, तबै गोबिंद सिंह नाम कहा। उन्होंने लोगों को उच्चियां चुकिया महाराज। भीम चंद कुछ सिपा सिलार लैके
ਆਨੰਦਪੁਰ ਸਾਹਿਬ ਆਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੰਦਰ ਸਿੰਘਾਸਣ ਸਜਾ ਕੇ ਬੈਠੇ ਨੇ। ਕੀਮਤੀ ਹੀਰਿਆਂ ਮੋਤੀਆਂ ਨਾਲ ਜੜਿਆ ਹੋਇਆ ਚੰਦੋਆ ਸਾਹਿਬ ਕਲਗੀਧਰ ਮਹਾਰਾਜ ਜੀ ਦੇ ਸੀਸ ਤੇ ਸ਼ੋਭਾ ਪਾ ਰਿਹਾ। ਇੱਕ ਚਰਨ ਮਹਾਰਾਜ ਨੇ ਚੰਦਨ ਦੀ ਚੌਂਕੀ ਤੇ ਟਿਕਾਇਆ। ਦਸਤਾਰ ਦੇ ਉੱਪਰ ਸੋਹਣੀ ਕਲਗੀ ਹੀਰਿਆਂ ਨਾਲ ਜੜੀ ਹੋਈ ਜਿਹੜੀ ਉਹ ਸ਼ੋਭਾ ਪਾ ਰਹੀ ਹੈ। ਭੀਮ ਚੰਦ ਆਇਆ, ਆਸੇ ਪਾਸੇ ਉਹਨੇ ਸਿੱਖ ਖੜੋਤੇ ਵੇਖੇ, ਸ਼ਾਸਤਰਧਾਰੀ ਬਹਿ ਗਿਆ। ਅੰਦਰੋਂ ਖੁਸ਼ ਹੋਣ ਦੀ ਬਜਾਏ ਉਹ ਅੰਦਰੇ ਅੰਦਰ ਨਫ਼ਰਤ ਕਰਦਾ ਕਿ ਅਸੀਂ ਰਾਜਿਆਂ ਮਹਾਰਾਜਿਆਂ ਦੇ ਪੋਤੇ ਹਾਂ, ਪਰ ਇੰਨਾ ਕੁਝ ਸਾਡੇ ਕੋਲ ਨਹੀਂ ਜਿੰਨਾ ਕਿ 17 ਸਾਲ ਦੇ ਗੁਰੂ ਗੋਬਿੰਦ ਰਾਏ ਕੋਲ ਹੈ। ਖੈਰ ਉਹ ਬੈਠਾ ਰਿਹਾ। ਇਤਨੇ ਚਿਰ ਨੂੰ ਰਾਜਾ ਰਤਨ ਰਾਏ ਉਹਦੇ ਵੱਲੋਂ ਕੀਮਤੀ ਭੇਟਾਵਾਂ ਜਿਹੜੀਆਂ ਭੇਟਾ ਕੀਤੀਆਂ ਗਈਆਂ, ਉਹਨਾਂ ਚੋਂ ਇੱਕ ਕੀਮਤੀ ਵਸਤੂ ਸੀ ਪ੍ਰਸਾਦੀ ਹਾਥੀ, ਜਿਹਦਾ ਕੱਦ ਬਹੁਤ ਛੋਟਾ, ਸੁੰਡ ਤੋਂ ਲੈ ਕੇ ਤੇ ਪੂਛ ਤੱਕ ਚਿੱਟੀ ਧਾਰੀ, ਪਰ ਉਹ ਕਰਤੱਵ ਬੜੇ ਦਿਖਾਉਂਦਾ ਸੀ। ਸਾਹਿਬ ਨੇ ਤੀਰ ਛੱਡਣਾ, ਕਮਾਨ ਚੋਂ ਉਹਨੇ ਚੁੱਕ ਕੇ ਲਿਆਉਣਾ, ਸੁੰਡ ਨਾਲ ਪਾਣੀ ਭਰ ਕੇ ਹਜ਼ੂਰ ਦੇ ਚਰਨ ਧਵਾਉਣੇ, ਚੌਰ ਸਾਹਿਬ ਤੱਕ ਮਹਾਰਾਜ ਜੀ ਦੇ ਸੀਸ ਦੇ ਉੱਪਰ ਕਰਨਾ। ਭੀਮ ਚੰਦ ਸਭ ਕੁਝ ਵੇਖਿਆ, ਬੋਲਿਆ ਕੁਝ ਨਾ, ਇਹ ਮੱਥਾ ਨਵਾ ਕੇ ਤੇ ਚਲਾ ਗਿਆ। ਕੁਝ ਦਿਨਾਂ ਬਾਅਦ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਦਾ ਵਿਆਹ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਉਹਦੀ ਬੇਟੀ ਨਾਲ ਹੋਣਾ। ਜਦੋਂ ਇਹ ਕੁਝ ਹੋਣਾ ਹੈ, ਇਹਨੇ ਪੰਮੇ ਪ੍ਰੋਹਤ ਨੂੰ ਇੱਕ ਲਿਖਤੀ ਪੱਤਰ ਦੇ ਕੇ ਸੱਦਾ ਭੇਜਿਆ, ਗੁਰੂ ਗੋਬਿੰਦ ਸਿੰਘ ਨੂੰ ਆਖੋ ਉਹ ਸਾਡੇ ਘਰ ਵਿਆਹ ਤੇ ਆਏ। ਪਰ ਵਿਆਹ ਤੇ ਆਉਣ ਤੋਂ ਪਹਿਲਾਂ ਇਹ ਜਿੰਨੀਆਂ ਕੀਮਤੀ ਭੇਟਾਵਾਂ ਸਨ, ਸਿਰਫ ਵਿਆਹ ਵਿੱਚ ਸਾਡੀ ਸ਼ਾਨੋ ਸ਼ੌਕਤ ਵਧਾਉਣ ਨੂੰ ਸਾਨੂੰ ਦੇ ਦੇਣ। ਤੇ ਜਦੋਂ ਪੰਮੇ ਪ੍ਰੋਹਤ ਨੇ ਆਖਿਆ ਵੀ ਭੀਮ ਚੰਦ ਮੰਨ ਲਾ ਵਸਤੂਆਂ ਮਿਲ ਗਈਆਂ, ਫਿਰ ਤੇ ਦੇਣੀਆਂ ਕਦੋਂ ਨੇ? ਕਹਿਣ ਲੱਗੇ ਦੇਣੀਆਂ ਨਹੀਂ, ਸਿਰਫ ਲੈ ਕੇ ਆਉਣੀਆਂ ਨੇ। ਕੱਲ ਨੂੰ ਗੁਰੂ ਮੰਗੇਗਾ ਤੇ ਆਪਾਂ ਲੜ ਪਵਾਂਗੇ, ਕੱਲ ਦਾ ਬੱਚਾ ਸਾਡੇ ਨਾਲ ਲੜ ਕੇ ਉਹਨੇ ਜਿੱਤ ਤੇ ਜਾਣਾ ਨਹੀਂ। ਮਹਾਰਾਜ ਜਾਣੀ ਜਾਣ ਹਜ਼ੂਰ, ਇਹ ਪੰਮਾ ਪ੍ਰੋਹਤ ਆ ਕੇ ਸਾਰੀ ਗੱਲ ਆਖਦਾ। ਸਤਿਗੁਰੂ ਕਹਿੰਦੇ ਨੇ ਪੰਮੇ, ਭੇਟਾਵਾਂ ਦੀ ਦਾਤ ਜਿਹੜੀ ਏ ਇਹ ਕਿਸੇ ਨੂੰ ਭੇਟਾ ਨਹੀਂ ਕੀਤੀ ਜਾਂਦੀ, ਇਹ ਸੰਗਤ ਦੀ ਦਾਤ ਹੈ, ਇਹ ਨਹੀਂ ਦਿੱਤੀ ਜਾ ਸਕੇਗੀ। ਭੀਮ ਚੰਦ ਨੂੰ ਮਹਾਰਾਜ ਨੇ ਖਾਲੀ ਮੋੜਿਆ। ਭੀਮ ਚੰਦ ਅੰਦਰ ਈਰਖਾ ਕਰਦਾ ਹੈ। ਉਹਨਾਂ ਦਿਨਾਂ 'ਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਉਂਟਾ ਸਾਹਿਬ ਵਸਾਇਆ। ਪਾਉਂਟਾ ਸਾਹਿਬ ਦਾ ਵਸ ਜਾਣਾ, ਦੂਰ ਦੁਰੇਡਿਓਂ ਸੰਗਤਾਂ ਦਾ ਆਉਣਾ, ਤੇ ਭੀਮ ਚੰਦ ਦੂਸਰੀ ਸਕੀਮ ਬਣਾਉਂਦਾ ਹੈ ਵੀ ਪੁੱਤ ਦੀ ਬਰਾਤ ਲੈ ਕੇ ਸ੍ਰੀਨਗਰ ਜਾਣਾ ਹੈ, ਕਿਉਂ ਨਾ ਹੋਵੇ ਆਪਾਂ ਪਾਉਂਟੇ ਥਾਣੀ ਲੰਘੀਏ ਯਮਨਾ ਪਾਰ ਕਰਕੇ, ਜਾਂਦਿਆਂ ਜਾਂਦਿਆਂ ਸਾਰਾ ਪਾਉਂਟਾ ਉਜਾੜ ਦਿਆਂਗੇ। ਸਤਿਗੁਰੂ ਕਹਿੰਦੇ ਨੇ ਸਾਡੀ ਆਗਿਆ ਤੋਂ ਬਗੈਰ ਪਾਉਂਟੇ ਦੀ ਧਰਤੀ ਤੋਂ ਅਸੀਂ ਲੰਘਣ ਨਹੀਂ ਕਿਸੇ ਨੂੰ ਦੇਣਾ। ਇਹ ਕਹਿਣ ਲੱਗਾ ਜੀ ਅਸੀਂ ਜਾਵਾਂਗੇ। ਹਜ਼ੂਰ ਕਹਿੰਦੇ ਨੇ ਸਿਰਫ ਬਰਾਤ ਵਾਲਾ ਲਾੜਾ ਤੇ 11 ਬਰਾਤੀ ਉਹਦੇ ਨਾਲ ਹੋਰ ਚਲੇ ਜਾਣ, 12ਵਾਂ ਬੰਦਾ ਨਹੀਂ ਇੱਥੋਂ ਲੰਘੇਗਾ। ਜਦੋਂ ਰਾਜੇ ਲੰਘਣਾ ਚਾਹੁੰਦੇ ਨੇ, ਮਹਾਰਾਜ ਕਹਿੰਦੇ ਤਿਆਰੀ ਕਰਕੇ ਰੱਖੋ। ਫਿਰ ਦੂਜੇ ਪਾਸੇ ਰਾਜੇ ਫਤਿਹ ਸ਼ਾਹ ਨੇ ਸਾਹਿਬ ਨੂੰ ਸੱਦਿਆ। ਮਹਾਰਾਜ ਗਏ ਨਾ, ਸਾਹਿਬ ਨੇ ਇੱਕ ਤੰਬੋਲ ਭੇਜਿਆ। ਤੰਬੋਲ ਅਸੀਂ ਕਹਿ ਲਈਏ ਲੜਕੀ ਦੇ ਸ਼ਗਨ ਵਾਲੇ ਬਸਤਰ, ਗਹਿਣੇ। ਤੰਬੋਲ ਲੈ ਕੇ ਗਏ ਸਿੱਖ, ਤੇ ਰਾਜਾ ਭੀਮ ਚੰਦ ਕਹਿੰਦਾ ਤੰਬੋਲ ਵੇਖੋ। ਤੰਬੋਲ ਖੋਲਿਆ ਤੇ ਸਾਰੇ ਰਾਜਿਆਂ ਨਾਲੋਂ ਵੱਧ ਤਕੜਾ ਜਿਹੜਾ ਤੰਬੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਉਹ ਕਹਿਣ ਲੱਗਾ ਤੰਬੋਲ ਲੈਣਾ ਨਹੀਂ, ਤੰਬੋਲ ਖੋਣਾ ਹੈ। ਸਿੱਖਾਂ ਤੰਬੋਲ ਫਿਰ ਬਚਾ ਕੇ ਲਿਆਂਦਾ। ਇਹ ਮੁੱਖ ਕਾਰਨ ਸਨ ਜਿਹੜੇ ਭੰਗਾਣੀ ਦੇ ਯੁੱਧ ਦਾ ਕਾਰਨ ਬਣ ਗਏ। ਇਹ ਯਾਦ ਰਵੇ, ਤਕਰੀਬਨ 11 ਜੰਗਾਂ ਕੱਲੀਆਂ ਪਹਾੜੀ ਹਿੰਦੂ ਰਾਜਿਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜੀਆਂ। 1786 ਦੇ ਵਿੱਚ ਪਹਿਲਾ ਜੰਗ ਹੋਇਆ ਜੀ ਭੰਗਾਣੀ ਦਾ। ਮਹਾਰਾਜ ਜੰਗ ਜਿੱਤ ਕੇ ਆਏ, ਖਬਰ ਦਿੱਤੀ ਸੱਚੇ ਪਾਤਸ਼ਾਹ ਤੁਹਾਡੇ ਘਰ ਵਿੱਚ ਇੱਕ ਸੁਪੁੱਤਰ ਨੇ ਜਨਮ ਲਿਆ। ਮਹਾਰਾਜ ਜੰਗ ਜਿੱਤਣ ਸਦਕਾ ਹੀ ਵੱਡੇ ਸਾਹਿਬਜ਼ਾਦਾ ਜੀ ਦਾ ਨਾਮ ਬਾਬਾ ਅਜੀਤ ਸਿੰਘ ਰੱਖਦੇ ਨੇ।
1786 ਦਾ ਉਹਨਾਂ ਦਾ ਜਨਮ, 1790 ਦਾ ਜਨਮ ਹੈ ਸਤਿਕਾਰਯੋਗ ਬਾਬਾ ਜੁਝਾਰ ਸਿੰਘ ਜੀ ਦਾ। ਇਹ ਕਾਰਨ ਸਨ ਜਿਹੜੇ ਇੱਕ ਪਾਸੇ ਮੁਗਲ ਕੌਮ ਦੇ, ਦੂਜਾ ਪਹਾੜੀ ਹਿੰਦੂ ਰਾਜਿਆਂ ਦੇ, ਜਿਹੜੇ ਕਹਿੰਦੇ ਸੀ ਇਸ ਖਿੱਤੇ ਚੋਂ ਆਨੰਦਪੁਰ ਸਾਹਿਬ ਉਜਾੜ ਦੇਣਾ। ਜਿੰਨੀਆਂ ਇਹਨਾਂ ਜੰਗਾਂ ਕੀਤੀਆਂ, ਕਿਸੇ ਜੰਗ ਦੇ ਵਿੱਚੋਂ ਪਹਾੜੀ ਜਿੱਤੇ ਨਾ। ਅੱਜ ਇਹੀ ਭੀਮ ਚੰਦ, ਇਹਦਾ ਸਾਥੀ ਸੀ ਕੇਸਰੀ ਚੰਦ ਜਿਹੜਾ ਮਰ ਗਿਆ। ਇਹ ਆਪਣੇ ਕੁਝ ਕੁ ਸਾਥੀਆਂ ਨੂੰ ਨਾਲ ਲੈ ਕੇ ਦਿੱਲੀ ਦਰਬਾਰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਹੋਇਆ। ਰੋ ਰੋ ਕੇ ਹਾਲ ਸੁਣਾ ਕੇ ਇਹ ਗੱਲ ਆਖਦਾ ਹੈ ਕਿ ਵੇਖ ਔਰੰਗਜ਼ੇਬ, ਸਾਡਾ ਪਹਾੜੀਆਂ ਦਾ ਕੀ ਹੈ, ਅੱਜ ਹਾਂ ਕੱਲ ਨਹੀਂ, ਪਰ ਤੇਰੀ ਸਲਤਨਤ ਤੇ ਸਦਾ ਦੁਨੀਆ ਤੇ ਵਸਦੀ ਰਹੇਗੀ ਤਾਂ ਜੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕੀਤਾ ਜਾਏ। ਗੁਰੂ ਗੋਬਿੰਦ ਸਿੰਘ ਜਿਸ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ, ਉਹਨੇ ਤੇ ਬਿਲਕੁਲ ਜਿਹੜੇ ਲਤਾੜੇ ਲੋਕ ਨੇ ਉਹਨਾਂ ਨੂੰ ਵੀ ਚੁੱਕੇ ਗੱਲ ਨਾ ਲਾਏ। ਹਰ ਇੱਕ ਸਿੱਖ ਸ਼ਾਸਤਰਧਾਰੀ ਹੈ, ਹੋਰ ਤੇ ਹੋਰ ਉਹਨੇ ਅੰਮ੍ਰਿਤ ਦੀ ਦਾਤ ਦੇ ਕੇ ਸਿੰਘ ਸਾਜ ਦਿੱਤੇ, ਖਾਲਸੇ ਸਾਜ ਦਿੱਤੇ। ਇਹ ਮੁੱਖ ਕਾਰਨ ਸਨ ਜਿਸ ਕਰਕੇ ਔਰੰਗਜ਼ੇਬ ਕਹਿੰਦਾ ਇਸ ਧਰਤੀ ਤੋਂ ਸੱਚ ਦਾ ਨਾਂ ਮਿਟਾ ਦੇਣਾ ਹੈ। ਐਸਾ ਕਰਮ ਕਰੋ ਆਨੰਦਪੁਰ ਸਾਹਿਬ ਉਜੜ ਜਾਏ, ਗੁਰੂ ਜਿਉਂਦਿਆਂ ਪਕੜਿਆ ਜਾਏ, ਚਾਹੇ ਮਾਰ ਦਿੱਤਾ ਜਾਏ, ਪਰ ਜਿਵੇਂ ਮਰਜ਼ੀ ਹੋਵੇ, ਜੋ ਚਾਹੀਦਾ ਮੈਂ ਦੇਣ ਨੂੰ ਤਿਆਰ ਹਾਂ। 4 ਇਲਾਕਿਆਂ ਦੀ ਫੌਜ ਔਰੰਗਜ਼ੇਬ ਦੇ ਹੁਕਮ ਨਾਲ ਤੁਰੀ। 2 ਸੈਨਾਪਤੀ ਸਨ ਦਿੱਲੀ ਦੇ, ਇੱਕ ਖਵਾਜਾ ਖਿਜ਼ਰ ਖਾਂ ਤੇ ਦੂਜਾ ਗਨੀ ਖਾਂ। ਲੱਖਾਂ ਦੀ ਫੌਜ ਲੈ ਕੇ ਦਿੱਲੀ ਤੋਂ ਚੜੇ। ਦੂਸਰੀ ਫੌਜ ਮੁਹੰਮਦ ਸ਼ੇਰ ਖਾਂ, ਨਵਾਬ ਮਲੇਰ ਕੋਟਲੀਆ, ਇਹਦੀ ਕਮਾਨ ਹੇਠਾਂ ਆਈ। ਤੀਸਰੀ ਫੌਜ ਕਰਨਾਲ ਦੇ ਲਾਗੇ ਪਿੰਡ ਹੈ ਕੁੰਜਪੁਰਾ, ਉੱਥੋਂ ਦਾ ਰਹਿਣ ਵਾਲਾ ਹੈ ਵਜ਼ੀਰ ਖਾਨ, ਜਿਹੜਾ ਸਰਹੰਦ ਦਾ ਰਾਜਾ ਹੈ, ਨਵਾਬ ਹੈ। ਉਹ ਆਪਣੀ ਫੌਜ ਲੈ ਕੇ ਚੜਿਆ। ਚੌਥੀ ਫੌਜ ਆਈ ਜੀ ਲਾਹੌਰ ਤੋਂ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਨੇ, ਹੋ ਸਕਦਾ ਇੱਥੇ ਤੁਸੀਂ ਸੁਣਿਆ ਹੋਵੇ ਬਹੁਤ ਵਾਰ। ਉਹਨਾਂ ਬੜੀ ਪਿਆਰੀ ਇਸ ਗੱਲ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਫੌਜ ਦਾ ਅੰਦਾਜ਼ਾ ਲਾਉਣਾ ਹੋਵੇ ਇਸ ਤਰੀਕੇ ਨਾਲ ਲਾਇਆ ਜਾ ਸਕਦਾ। ਲੱਖਾਂ ਦੀ ਫੌਜ ਦਾ ਆਨੰਦਪੁਰ ਸਾਹਿਬ ਨੂੰ ਘੇਰਾ ਇਸ ਤਰੀਕੇ ਨਾਲ ਪਿਆ ਹੋਇਆ, ਜੇ ਫੌਜ ਦਾ ਇੱਕ ਇੱਕ ਸਿਪਾਹੀ ਵੀ ਇੱਕ ਇੱਕ ਮੁੱਠ ਭਰ ਕੇ ਰੇਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਾਏ ਤੇ ਆਨੰਦਪੁਰ ਸਾਹਿਬ ਸਿਰਫ ਮਿੱਟੀ 'ਚ ਦੱਬਿਆ ਜਾ ਸਕਦਾ। ਇੰਨੀ ਫੌਜ ਦਾ ਹੋਣਾ, ਪਰ ਕੈਸੀ ਜੁਰਤ ਹੋਏਗੀ, ਕੈਸੀ ਖਾਲਸੇ ਦੀ ਗੱਲਬਾਤ ਹੋਏਗੀ ਕਿ 8 ਮਹੀਨਿਆਂ ਦੇ ਘੇਰੇ 'ਚ ਪਹਿਲੀ ਤੌਰ ਤੇ ਕਿਸੇ ਦੀ ਇਹ ਹਿੰਮਤ ਨਹੀਂ ਪਈ ਕਿ ਆਨੰਦਪੁਰ ਸਾਹਿਬ ਦੇ ਉੱਤੇ ਸਿੱਧਾ ਧਾਵਾ ਬੋਲਿਆ ਜਾਏ। ਹੁਣ ਉਹਨਾਂ ਦਿਨਾਂ ਦੇ ਵਿੱਚ ਜਿਹੜਾ 8 ਮਹੀਨਿਆਂ ਦਾ ਕੇਵਲ ਘੇਰਾ ਹੈ, 5 ਮਹੀਨਿਆਂ ਦੇ ਬਾਅਦ ਜਿਹੜਾ ਰਾਸ਼ਨ ਹੈ ਉਹ ਬਿਲਕੁਲ ਮੁੱਕਦਾ ਹੈ। ਬਹੁਤ ਥੋੜੇ ਤੋਂ ਥੋੜਾ ਸਿੱਖ ਵਰਤ ਕੇ ਵੀ ਆਪਣੀ ਜਿੰਦ ਨੂੰ ਜਿਉਂਦਿਆਂ ਰੱਖਣ ਲਈ ਕਰਮ ਨਿਭਾ ਰਹੇ ਹਨ। 5ਵੇਂ ਮਹੀਨੇ ਤੋਂ ਬਾਅਦ ਸਤਲੁਜ ਦੀ ਇੱਕ ਧਾਰਾ ਜਿਹੜੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਵਗਦੀ ਸੀ, ਉਹਨੂੰ ਪਹਾੜੀਆਂ ਬਿਲਕੁਲ ਬੰਦ ਕੀਤਾ ਤੇ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਨਾਲ ਲੈ ਕੇ ਬੌਲੀ ਸਾਹਿਬ ਦੀ ਖੁਦਵਾਈ ਜਿਹੜੀ ਉਹਨਾਂ ਦਿਨਾਂ ਵਿੱਚ ਕੀਤੀ। ਫਿਰ ਇਹ ਤੋਂ ਅੱਗੇ ਹਾਲਤ ਨਿਤ ਦੀ ਤਰਸਯੋਗ ਬਣਦੀ ਗਈ। ਬਿਲਕੁਲ ਰਾਸ਼ਨ ਪਾਣੀ ਮੁੱਕ ਜਾਣਾ। ਅੱਜ ਤੇ ਅਸੀਂ ਅਕਸਰ ਇਹ ਲਫ਼ਜ਼ ਕਹਿੰਦੇ ਆ ਜੀ, ਵੈਸੇ ਤੇ ਗੁਰੂ ਦੀ ਬੜੀ ਕਿਰਪਾ ਹੈ, ਵਾਰ-ਵਾਰ ਰੱਬੀ ਬਾਣੀ ਨਾਲ ਆਪ ਜੀ ਇਹਨਾਂ ਸਥਾਨਾਂ ਤੇ ਜੁੜਦੇ ਹੋ, ਪਰ ਅਜੇ ਵੀ ਅਸੀਂ ਮਾਲਕ ਕੋਲ ਆਉਂਦਿਆਂ ਵੀ ਕੱਚੇ ਪਿੱਲੇ ਸਾਧਾਂ ਦੇ ਪੁਜਾਰੀ ਬਣਨੋਂ ਹਟੇ ਨਹੀਂ। ਕੋਈ ਕਹਿੰਦਾ ਜੀ ਫਲਾਨਾ ਇੰਨੇ ਦਿਨ ਭੁੱਖਾ ਰਹਿੰਦਾ, ਕੋਈ ਕਹਿੰਦਾ ਜੀ ਉਹਦਾ ਵਰਤ ਇੰਨਾ ਜੀ, ਉਹ ਆ ਨਹੀਂ ਸਕਦਾ, ਉਹ ਆ ਨਹੀਂ ਸਕਦਾ। ਯਾਦ ਰੱਖਣਾ ਤੇ ਇਹਨਾਂ 8 ਮਹੀਨਿਆਂ ਦੇ ਘੇਰੇ 'ਚ ਉਹਨਾਂ ਸਿੰਘਾਂ ਨੂੰ, ਗੁਰੂ ਕੇ ਖਾਲਸਿਆਂ ਨੂੰ, ਸਾਹਿਬਜ਼ਾਦਿਆਂ ਨੂੰ ਤੇ ਗੁਰੂ ਨੂੰ ਚੇਤਾ ਰੱਖੋ, ਜਿਨ੍ਹਾਂ 8 ਮਹੀਨੇ ਆਪਣੇ ਜੀਵਨ ਤੇ ਇਹ ਪਲ ਨਿਭਾਏ ਸਨ। ਇਹਨਾਂ ਦਿਨਾਂ 'ਚ ਰੁੱਖਾਂ ਦੇ ਪੱਤਿਆਂ ਦਾ ਮੁੱਕ ਜਾਣਾ, ਤਣਿਆਂ ਤੱਕ ਮੁੱਕ ਜਾਣਾ, ਬਿਲਕੁਲ ਇੰਨੀ ਕੁ ਜ਼ਿਆਦੀ ਇੱਥੇ ਹਾਲਤ ਬਣ ਗਈ। ਫਿਰ ਸਿੱਖਾਂ ਨੇ ਗੁਰੀਲਾ ਯੁੱਧ ਦੀ ਜਿਹੜੀ ਨੀਤੀ ਉਹ ਅਪਣਾਈ। ਇਸ ਨੀਤੀ ਦੇ ਵਿੱਚ
20 ਜਾਂਦੇ ਨੇ ਤੇ 5 ਬਚ ਕੇ ਆਉਂਦੇ ਸਨ, ਜਿਹੜਾ ਰਾਸ਼ਨ ਕਿਸੇ ਕੋਲੋਂ ਖੋਹ ਕੇ ਲਿਆਉਣਾ। ਪਿੰਡ ਦੇ ਲੋਕਾਂ ਦਾ ਵਾਰ-ਵਾਰ ਆਨੰਦਪੁਰ ਸਾਹਿਬ ਦੇ ਪਿੰਡ ਦੇ ਵਿੱਚ ਵਸਦੇ ਲੋਕਾਂ ਦਾ ਇਕੱਠਾ ਹੋਣਾ। ਹਜ਼ੂਰ ਨੂੰ ਰੋਜ਼ ਕਹਿਣਾ, ਮਹਾਰਾਜ ਬੱਚੇ ਰੋਂਦੇ ਵੇਖੇ ਨਹੀਂ ਜਾਂਦੇ, ਬਣੇਗਾ ਕੀ? ਮਹਾਰਾਜ ਕਹਿੰਦੇ ਸਨ, ਕੁਝ ਸਮਾਂ ਹੋਰ ਰੁਕੋ, ਘੇਰਾ ਟੁੱਟ ਜਾਏਗਾ, ਬੱਦਲ ਗਰਜੇਗਾ, ਨਦੀ 'ਚ ਹੜ੍ਹ ਆਏਗਾ, ਇਹਨਾਂ ਲੋਕਾਂ ਇੱਥੇ ਬੈਠੇ ਨਹੀਂ ਰਹਿਣਾ। ਇਸ ਵੇਲੇ ਦੀ ਹਾਲਾਤ ਨਾਲ ਕਲਗੀ ਦੀਆਂ ਅਣੀਆਂ ਨਾਮੀ ਪੁਸਤਕ ਹੈ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ। ਉਹਨਾਂ ਬੜਾ ਪਿਆਰਾ ਇੱਕ ਬੋਲ ਲਿਖਿਆ ਹੈ, ਕਹਿੰਦੇ ਨੇ ਲੋਕ ਬੈਠੇ ਮੁਗਲ ਜਿਹੜੇ ਇੱਕ ਪਲੰਗ ਦਾ ਆਸਣ ਢਾ ਕੇ ਉਹਦੇ ਤੇ ਬੈਠੇ ਸਨ। ਅਚਾਨਕ ਇੱਕ ਤੀਰ ਲਾਗੇ ਰੁੱਖ ਵਿੱਚ ਆ ਕੇ ਵੱਜਾ। ਕਾਫੀ ਦੂਰੀ ਸੀ ਆਨੰਦਪੁਰ ਸਾਹਿਬ ਤੋਂ। ਉਹਨਾਂ ਤੀਰ ਕੱਢ ਕੇ ਵੇਖਿਆ ਤੇ ਤੀਰ ਨੂੰ 1.25 ਤੋਲਾ ਪਿਛਲੇ ਪਾਸੇ ਸੋਨਾ ਲੱਗਾ। ਉਹ ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਉਹਨਾਂ ਇੱਕ ਏਲਚੀ ਭੇਜਿਆ, ਇੱਕ ਪੱਤਰ ਲਿਖਿਆ, ਮਹਾਰਾਜ ਲੜਨਾ ਹੈ ਤੇ ਮੈਦਾਨੇ ਜੰਗ ਵਿੱਚ ਆ ਕੇ ਲੜੋ, ਪਰ ਕਰਾਮਾਤ ਦਿਖਾਉਣੀ, ਕਰਾਮਾਤ ਨਾਲ ਬੰਦੇ ਮਾਰਨੇ, ਇਹ ਬਹਾਦਰੀ ਨਹੀਂ। ਏਲਚੀ ਗਿਆ, ਚਿੱਠੀ ਹਜ਼ੂਰ ਨੇ ਪੜ੍ਹੀ। ਮਹਾਰਾਜ ਚਿੱਠੀ ਨਾਲ ਜਵਾਬ ਲਿਖਿਆ ਕਿ ਇਹ ਮੇਰੀ ਕਰਾਮਾਤ ਨਹੀਂ, ਇਹ ਮੇਰਾ ਅਭਿਆਸ ਹੈ। ਸਤਿਗੁਰੂ ਨੇ ਏਲਚੀ ਨੂੰ ਉੱਥੇ ਖੜਿਆ ਕੀਤਾ, ਤੀਰ ਦੇ ਨਾਲ ਫਿਰ ਚਿੱਠੀ ਬੰਨ ਕੇ ਛੱਡੀ ਤੇ ਤੀਰ ਫਿਰ ਆ ਕੇ ਪਾਵੇ ਵਿੱਚ ਵੱਜਾ ਕਿ ਇਹ ਮੇਰਾ ਅਭਿਆਸ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਜੀ ਨੇ ਇੱਕ ਬੋਲ ਲਿਖਿਆ ਜੀ, ਟਾਂਕ ਚਿਲਾ ਪਰਖਣ ਦੀ ਵਿਧੀ। ਉਹ ਲਿਖਦੇ ਨੇ 86 ਧਨੁਸ਼ ਧਾਰੀ ਹੋਏ ਅੱਜ ਤੱਕ, ਕਿਸੇ ਦਾ ਚਿਲਾ 2 ਟਾਂਕ ਤੋਂ ਵੱਧਦਾ ਨਹੀਂ ਸੀ। ਟਾਂਕ ਦੇ ਅਰਥ ਚਿਲਾ ਪਰਖਣ ਦੀ ਵਿਧੀ। 25 ਸੇਰ ਵਜਨ ਧਰਾਤਲ ਤੋਂ ਚੁੱਕ ਕੇ ਕੰਨ ਤੱਕ ਲਿਆਉਣਾ, ਇੰਨਾ ਜ਼ੋਰ ਲੱਗਦਾ ਹੈ ਇੱਕ ਟਾਂਕ ਦੇ ਬਰਾਬਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੂਰਮਾ ਕੋਈ ਨਹੀਂ। 9 ਟਾਂਕ ਦਾ ਚਿਲਾ ਸੀ ਮਹਾਰਾਜ ਜੀ। ਤਕਰੀਬਨ 225 ਸੇਰ ਵਜਨ ਬਣਦਾ ਹੈ। ਇੱਕ ਹੱਥ ਨਾਲ ਚੁੱਕ ਕੇ ਕੰਨ ਤੱਕ ਲਿਆਉਣਾ, ਇੰਨਾ ਜ਼ੋਰ ਚਾਹੀਦਾ ਹੈ। ਕਮਾਨ ਤੇ ਚਿਲਾ ਚਾੜਨਾ, ਫਿਰ ਉਸ ਚਿਲੇ ਰਾਹੀਂ ਤੀਰ ਚਲਾਉਣੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਰਾਮਾਤ ਨਹੀਂ, ਇਹ ਮੇਰਾ ਅਭਿਆਸ ਹੈ। 6 ਮਹੀਨੇ ਬੀਤੇ। 6 ਮਹੀਨਿਆਂ ਬਾਅਦ ਪੰਮਾ ਪੁਰੋਹਿਤ ਪਹਾੜੀ ਰਾਜਿਆਂ ਵੱਲੋਂ ਕੁਝ ਵੇਦ ਮੰਤਰ ਲਿਖ ਕੇ, ਕੁਝ ਵਿੱਚ ਫੁੱਲ ਰੱਖ ਕੇ ਤੇ ਇੱਕ ਗਿੱਲੇ ਆਟੇ ਦੀ ਗਾਂ ਬਣਾ ਕੇ ਉਹ ਆਨੰਦਪੁਰ ਸਾਹਿਬ ਦਾਖਲ ਹੋਇਆ। ਸਾਹਿਬ ਦੇ ਅੱਗੇ ਹੱਥ ਜੋੜੇ, ਮਹਾਰਾਜ ਇਹਨਾਂ ਸਮਿਆਂ 'ਚ ਸਾਡਾ ਵੀ ਬਹੁਤ ਕੁਝ ਗਵਾਚਾ ਹੈ। ਲੱਕ ਟੁੱਟ ਗਿਆ ਹੈ ਸਰਕਾਰ ਦਾ, ਇੰਨੀ ਫੌਜ ਦਾ ਖਰਚਾ ਕਰਨ ਕਰਕੇ। ਸਿਰਫ ਗੱਲ ਇੰਨੀ ਹੈ, ਇਹਨਾਂ ਲੋਕਾਂ ਨੇ ਇਕੱਠਿਆਂ ਹੋ ਕੇ ਆਨੰਦਪੁਰ ਸਾਹਿਬ ਤੁਹਾਡੇ ਤੋਂ ਛਡਾਉਣਾ। ਹਜ਼ੂਰ ਕਹਿੰਦੇ ਨੇ ਫਿਰ ਆਖਿਆ, ਮਹਾਰਾਜ ਤੁਹਾਡੀ ਵੀ ਰਹਿ ਜਾਏ, ਸਾਡੀ ਵੀ ਰਹਿ ਜਾਏ, ਕਸਮ ਖਾਨੇ ਹਾਂ ਗਾਂ ਦੀ, ਆਪਣੇ ਧਰਮ ਦੀ, ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਅਸੀਂ ਕੁਝ ਵੀ ਨਹੀਂ ਕਵਾਂਗੇ, ਫਿਰ ਮਹੀਨੇ ਬਾਅਦ ਆ ਕੇ ਵਸਾ ਲਿਓ। ਹਜ਼ੂਰ ਕਹਿੰਦੇ ਨੇ ਇਹ ਤੁਹਾਡਾ ਝੂਠ ਹੈ। ਕਸਮ ਸਿਰਫ ਪੰਮੇ ਪੁਰੋਹਿਤ ਉਹ ਖਾਂਦਾ ਹੈ ਜਿਹੜਾ ਝੂਠਾ ਹੋਵੇ, ਸੱਚਾ ਬੰਦਾ ਕਦੇ ਸਹੁੰ ਨਹੀਂ ਖਾਏਗਾ। ਪੰਮੇ ਨੂੰ ਹਜ਼ੂਰ ਨੇ ਵਾਪਸ ਮੋੜ ਦਿੱਤਾ, ਪਰ ਉਹ ਆਟੇ ਦੀ ਗਾਂ ਰੱਖ ਕੇ ਚਲਾ ਗਿਆ। ਖਬਰ ਸਿੱਖਾਂ ਰਾਹੀਂ ਨਗਰ ਨਿਵਾਸੀਆਂ ਨੂੰ ਪਤਾ ਲੱਗੀ। ਸੰਧਿਆ ਦਾ ਦੀਵਾਨ ਸੱਜਿਆ, ਹਜ਼ੂਰ ਸੱਚੇ ਪਾਤਸ਼ਾਹ ਬੈਠੇ, ਸੋਦਰ ਦੀ ਬਾਣੀ, ਦੀਵਾਨ ਦੀ ਸਮਾਪਤੀ। ਸਿੱਖ ਇਕੱਠੇ ਹੋ ਕੇ ਬੇਨਤੀ ਕਰਦੇ ਨੇ, ਮਹਾਰਾਜ ਹੁਣ ਤੇ ਪਹਾੜੀ ਰਾਜੇ ਸਹੁੰਆਂ ਖਾਂਦੇ ਨੇ, ਹੋ ਸਕਦਾ ਬਾਲ ਬੱਚੇ ਬਚ ਜਾਣ, ਜੋ ਭੁੱਖ ਨਾਲ ਤੜਪ ਰਹੇ ਆ। ਸਤਿਗੁਰੂ ਜੀ ਅੱਜ ਪਤਾ ਹੋਵੇਗਾ ਤੁਹਾਨੂੰ, ਤਬੇਲੇ ਵਿੱਚੋਂ ਕੀਮਤੀ ਘੋੜੇ ਮਰ ਗਏ, ਪਰ ਸਾਦੀ ਹਾਥੀ ਅੱਜ ਤੜਪ ਤੜਪ ਕੇ ਮਰ ਗਿਆ। ਸਤਿਗੁਰੂ ਅੱਜ ਜਾਨਵਰ ਮਰਦੇ ਮੁੱਕਦੇ ਨੇ, ਕੱਲ ਨੂੰ ਹੋ ਸਕਦਾ ਸਰੀਰ ਵੀ ਮੁੱਕਣੇ ਸ਼ੁਰੂ ਹੋ ਜਾਣ, ਇੱਥੇ ਤੇ ਖਾਣ ਨੂੰ ਕੁਝ ਨਹੀਂ। ਮਹਾਰਾਜ ਕਹਿੰਦੇ ਨੇ ਬੇਟਾ ਮੇਰੇ ਤੇ ਭਰੋਸਾ ਕਰੋ, ਪਰ ਜਦੋਂ ਵਕਤ ਦੁੱਖ ਦਾ ਹੋਵੇ, ਸਿੱਧਕੀ ਸਿੱਖ ਹੀ ਮਾਲਕ ਤੇ ਭਰੋਸਾ ਰੱਖਦਾ ਹੈ। ਕੁਝ ਜਣਿਆਂ ਦਾ ਵਿਸ਼ਵਾਸ ਡੋਲਿਆ। ਮਹਾਰਾਜ ਕਹਿੰਦੇ ਨੇ ਅੱਜ ਵੇਖਿਓ ਤੁਸੀਂ ਇਹਨਾਂ ਦੀਆਂ ਕਸਮਾਂ,
ਕੁਝ ਬਲਦ ਤੇ ਗੱਡੇ ਮੰਗਵਾਏ। ਰਾਤ ਨੂੰ ਆਨੰਦਪੁਰ ਸਾਹਿਬ ਤੋਂ ਕੂੜਾ ਕਰਕਟ ਲੱਦਿਆ, ਮਰੇ ਪਸ਼ੂਆਂ ਦੇ ਹੱਡ ਲੱਦੇ, ਪਰ ਕੀਮਤੀ ਦੁਸ਼ਾਲਿਆਂ ਨਾਲ ਕੱਜ ਦਿੱਤੇ। ਬਲਦਾਂ ਦੇ ਸਿੰਗਾਂ ਨਾਲ ਬੰਨ ਕੇ ਮਿਸ਼ਾਲਾਂ ਮਹਾਰਾਜ ਨੇ ਅੱਧੀ ਰਾਤ ਨੂੰ ਇਹ ਕਾਫਲਾ ਬਲਦਾਂ ਦਾ ਆਨੰਦਪੁਰ ਸਾਹਿਬ ਤੋਂ ਤੋਰਿਆ। ਆਨੰਦਪੁਰ ਸਾਹਿਬ ਤੋਂ ਇਹ ਕਾਫਲਾ ਚੱਲਣਾ, ਜਦੋਂ ਇਹ ਕੁਝ ਵੇਖਿਆ, ਉੱਚੀ ਉੱਚੀ ਪਹਾੜੀਆਂ ਦਾ, ਮੁਗਲਾਂ ਦਾ ਰੌਲਾ ਪੈ ਗਿਆ। ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਜਾ ਰਿਹਾ, ਜੇ ਲੁੱਟਿਆ ਜਾ ਸਕਦਾ ਤੇ ਲੁੱਟ ਲਓ। ਪਰ ਜਦੋਂ ਧਾਈ ਕਰਕੇ ਦੁਸ਼ਮਣ ਪਿਆ, ਕੀਮਤੀ ਦੁਸ਼ਾਲੇ ਪਾਸੇ ਕੀਤੇ, ਵਿੱਚੋਂ ਮਰੇ ਹੋਏ ਪਸ਼ੂਆਂ ਦੇ ਪਿੰਜਰ, ਹੱਡੀਆਂ, ਕੂੜਾ ਕਰਕਟ, ਟੁੱਟੀਆਂ ਜੁੱਤੀਆਂ, ਇਹ ਕੁਝ ਵੇਖ ਕੇ ਪਹਾੜੀਆਂ ਨੂੰ ਮੂੰਹ ਦੀ ਖਾਣੀ ਪਈ। ਮਹਾਰਾਜ ਕਹਿੰਦੇ ਨੇ, ਵੇਖੋ ਇਹਨਾਂ ਦੀਆਂ ਕਸਮਾਂ, ਵੇਖੋ ਇਹਨਾਂ ਦੀਆਂ ਸੁਗੰਧਾਂ। ਕੀ ਇਹ ਲੋਕ ਧਰਮ ਨੂੰ ਸਮਝਦੇ ਨੇ? ਬੇਟਾ, ਲਾਲਚੀ ਬੰਦੇ ਦਾ ਕੀ ਵਿਸ਼ਵਾਸ ਕਰੋਗੇ? ਸਮਾਂ ਆਪਣੀ ਚਾਲੇ ਫਿਰ ਚੱਲਦਾ ਹੈ। ਫਿਰ ਅਖੀਰ ਸਮਾਣੇ ਦਾ ਰਹਿਣ ਵਾਲਾ ਹਸਨ ਅਲੀ ਨਾਂ ਦਾ ਬੰਦਾ ਪਾ ਕੇ ਕੁਰਾਨ ਮਜੀਦ ਗ੍ਰੰਥ ਇੱਕ ਲੱਕੜ ਦੀ ਸੈਂਚੀ ਤੇ ਰੱਖ ਕੇ ਲਿਆਇਆ। ਹੱਥ ਰੱਖ ਕੇ ਹਜ਼ਰਤ ਮੁਹੰਮਦ ਸਾਹਿਬ ਦਾ ਨਾਂ ਲੈ ਕੇ ਪਾ ਕੇ ਕੁਰਾਨ ਮਜੀਦ ਦੀਆਂ ਕਸਮਾਂ ਖਾਂਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਆਨੰਦਪੁਰ ਸਾਹਿਬ ਛੱਡ ਦਿਓ, ਕੁਝ ਵੀ ਨਹੀਂ ਕਵਾਂਗੇ, ਅਸੀਂ ਆਪਣੇ ਧਰਮ ਦੀ ਕਸਮ ਖਾਂਦੇ ਹਾਂ। ਸਤਿਗੁਰੂ ਕਸਮਾਂ ਵੇਖਦੇ ਨੇ ਇਹਨਾਂ ਦੀਆਂ। ਨਗਰ ਦੇ ਸਿੱਖਾਂ ਦਾ, ਸੰਗਤ ਦਾ ਹਾਲ ਹਜ਼ੂਰ ਨੇ ਵੇਖਿਆ। ਮਹਾਰਾਜ ਸੰਗਤ ਦੇ ਕਹਿਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਤਿਗੁਰੂ ਜੀ ਨੇ ਮਨਜ਼ੂਰ ਕੀਤਾ। ਜਿਸ ਰਾਤ ਮਹਾਰਾਜ ਕਿਲਾ ਛੱਡਦੇ ਨੇ, ਇਤਿਹਾਸਕਾਰਾਂ ਬੜੇ ਪ੍ਰੇਮ ਵਿੱਚ ਇਸ ਵਕਤ ਨੂੰ ਲਿਖਿਆ ਹੈ ਕਿ ਸੰਧਿਆ ਦੇ ਦੀਵਾਨ ਤੋਂ ਬਾਅਦ ਮਹਾਰਾਜ ਕਹਿੰਦੇ ਨੇ, ਇਸ ਕਾਫਲੇ ਵਿੱਚ ਸ਼ਾਮਲ ਹੋ। ਕਾਫਲੇ 'ਚ ਸੰਗਤਾਂ ਸ਼ਾਮਲ ਹੁੰਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਕੱਲੀ ਕੱਲੀ ਗਲੀ ਦੇ ਵਿੱਚ ਉਸ ਦਿਨ ਚਰਨ ਪਾਏ। ਸਾਰੀ ਗਲੀਆਂ ਵਿੱਚ ਮਹਾਰਾਜ ਸ਼ਾਮੀ ਚਰਨਾ ਸਦਕਾ ਉਸ ਇਲਾਕੇ ਨੂੰ ਸਰ ਸਬਜ਼ ਕੀਤਾ। ਸ਼ਾਮੀ ਗੇੜਾ ਮਾਰਿਆ, ਕੱਲੀ ਕੱਲੀ ਗਲੀ ਨੂੰ, ਕੰਧਾਂ ਨੂੰ ਨੀਝ ਲਾ ਕੇ ਵੇਖਦੇ ਨੇ ਕਿਵੇਂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਦਾ ਨੀਂਹ ਪੱਥਰ ਰੱਖਿਆ। ਸਮੇਂ ਨਾਲ ਇਹ ਆਨੰਦਪੁਰ ਸਾਹਿਬ ਸਜਿਆ। ਅੱਜ ਆਨੰਦਪੁਰ ਸਾਹਿਬ ਛੱਡਣਾ ਹੈ। ਕਾਫਲੇ ਦੇ ਵਿੱਚ ਮਹਾਰਾਜ ਨੇ ਸਭ ਤੋਂ ਅਗਲੀ ਵਾਗਡੋਰ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਭਾਈ ਮਾਨ ਸਿੰਘ, ਅੰਬਾਲੇ ਇਲਾਕੇ ਪੰਜੋਖੜੇ ਦਾ ਰਹਿਣ ਵਾਲਾ ਭਾਈ ਲਾਲ ਸਿੰਘ ਤੇ ਭਾਈ ਦੇਵਾ ਸਿੰਘ, ਇਹਨਾਂ ਗੁਰਸਿੱਖਾਂ ਨੂੰ ਕਾਫਲੇ ਦਾ ਮੋਹਰੀ ਥਾਪਿਆ ਮਹਾਰਾਜ। ਵਿਚਕਾਰ ਕਾਫਲੇ 'ਚ ਆਨੰਦਪੁਰ ਸਾਹਿਬ ਦੇ ਨਿਵਾਸੀ ਗੁਰਸਿੱਖ ਪਿਆਰੇ ਹਜ਼ੂਰ ਦੇ ਮਾਤਾ ਜੀ, ਛੋਟੇ ਸਾਹਿਬਜ਼ਾਦੇ ਭਾਈ ਮਨੀ ਸਿੰਘ ਜੀ ਔਰ ਹਜ਼ੂਰ ਦੇ ਮਹਿਲ ਅਖੀਰਲੇ ਪਾਸੇ ਮਹਾਰਾਜ ਨੇ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਹਜ਼ੂਰ ਆਪ ਇਸ ਕਾਫਲੇ ਦੀ ਵਾਗਡੋਰ ਸੰਭਾਲ ਕੇ ਇਸ ਕਾਫਲੇ ਨੂੰ ਤੁਰਨ ਲੱਗਿਆ ਮਹਾਰਾਜ ਇੱਕ ਆਵਾਜ਼ ਦਿੱਤੀ। ਕੋਈ ਸਿੱਧਕੀ ਸਿੱਖ ਸਾਹਮਣੇ ਆਏ, ਜਿਹੜਾ ਸਾਡੇ ਮਗਰੋਂ ਆਨੰਦਪੁਰ ਸਾਹਿਬ ਦੀ ਧਰਤੀ ਪਿਤਾ ਵਾਲੇ ਅਸਥਾਨ ਤੇ ਦੀਵਾ ਬੱਤੀ ਕਰੇ। ਭਾਵ ਇੱਕ ਅਣਖ ਦੀ ਨਿਸ਼ਾਨੀ ਸਾਡੀ ਜਗਦੀ ਰਹੇ। ਇਤਿਹਾਸਕਾਰ ਕਹਿੰਦੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਹੋਰੀ, ਭਾਈ ਗੁਰਬਖਸ਼ ਸਿੰਘ ਉੱਠੇ, ਮਹਾਰਾਜ ਇਹ ਸੇਵਾ ਮੈਂ ਨਿਭਾਵਾਂਗਾ ਔਰ ਸਿਦਕ ਬਖਸ਼ਿਆ ਜੇ। ਤੇ ਮੇਰੀਆਂ ਦੋ ਬੇਨਤੀਆਂ ਨੇ। ਪਹਿਲੀ ਬੇਨਤੀ, ਤੁਸੀਂ ਅੱਜ ਚਲੇ ਜਾਣਾ, ਪਹਾੜੀਆਂ ਤੇ ਮੁਗਲਾਂ ਦਾ ਨਹੀਂ ਪਤਾ, ਮਹਾਰਾਜ ਜੀ ਸਵੇਰੇ ਕੱਲ ਆਨੰਦਪੁਰ ਸਾਹਿਬ ਉਜਾੜ ਦੇਣ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੀ ਸੱਚ ਦੀ ਆਵਾਜ਼ ਨਾ ਕਦੇ ਮਿਟੀ ਹੈ, ਨਾ ਕਦੇ ਮਿਟੇਗੀ। ਗੁਰਬਖਸ਼ ਸਿੰਘ, ਇਹਨਾਂ ਪਹਾੜੀਆਂ ਤੇ ਇਹਨਾਂ ਮੁਗਲਾਂ ਉਜੜ ਜਾਣਾ ਹੈ, ਆਨੰਦਪੁਰ ਸਾਹਿਬ ਸਦਾ ਵਸਦਾ ਰਹੇਗਾ। ਯਾਦ ਰਵੇ, ਨਗਾਰਾ ਅੱਜ ਵੀ ਆਨੰਦਪੁਰ ਸਾਹਿਬ ਵੱਜਦਾ ਹੈ, ਪਰ ਪਹਾੜੀਆਂ ਦੀਆਂ ਅੱਜ ਤੱਕ ਕੋਈ ਨਿਸ਼ਾਨੀਆਂ ਤੱਕ ਨਹੀਂ ਦਿਸਦੀਆਂ। ਕਿੱਥੇ ਚਲਿਆ ਗਿਆ ਭੀਮ ਚੰਦ? ਕਿੱਥੇ ਹੈ ਅਜਮੇਰ ਚੰਦ?
ਝੂਠੇ ਲੋਕ ਚੱਲਦੇ ਜ਼ਰੂਰ ਨੇ ਪਰ ਮੰਜ਼ਲ ਨਹੀਂ। ਦੂਸਰੀ ਬੇਨਤੀ ਮਹਾਰਾਜ, ਸਰੀਰ ਰੂਪ ਵਿੱਚ ਕਦੋਂ ਦੀਦਾਰ ਦਿਓਗੇ? ਹਜ਼ੂਰ ਕਹਿੰਦੇ ਇਸ ਸਰੀਰ ਵਿੱਚ ਰਹਿੰਦੇ ਆ, ਦੁਆਰਾ ਆਨੰਦਪੁਰ ਸਾਹਿਬ ਨਹੀਂ ਆਉਣਾ। ਮਹਾਰਾਜ ਦੀਦਾਰ ਹਜ਼ੂਰ ਕਹਿੰਦੇ ਨੇ ਸ਼ਬਦ ਨਾਲ ਜੁੜੀ, ਰੱਬੀ ਬਾਣੀ ਨਾਲ ਜੁੜੀ। ਮੈਂ ਨਜ਼ਰ ਆਵਾਂਗਾ, ਗੱਲਾਂ ਹੋਣਗੀਆਂ, ਮਹਾਰਾਜ ਸਰੀਰ ਕਰਕੇ ਵੇਖਣਾ ਹੋਵੇ, ਪੰਜਾਂ ਦੇ ਦੀਦਾਰ ਕਰੀ। ਸਤਿਗੁਰੂ ਤੁਸੀਂ ਚੱਲੇ ਹੋ, ਸਿੱਖ ਚੱਲੇ ਨੇ, ਹੋ ਸਕਦਾ ਪੰਜ ਕਈ ਦਿਨ ਨਾ ਮਿਲਣ ਦੀਦਾਰ, ਤੇ ਭਾਵੇਂ ਕੱਲ ਨੂੰ ਮਨ ਚਾਹ ਜਾਏ ਕੱਲ ਨੂੰ ਕਰਨੇ ਹੋਣ ਦੀਦਾਰ, ਤੇ ਕਿਵੇਂ ਕਰਾਂਗੇ? ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ, ਆਪਣੇ ਬਖਸ਼ੀ ਹੋਈ ਸਿੱਖੀ ਆਪਣੇ ਕੇਸਾਂ ਨੂੰ ਧਿਆਨ ਨਾਲ ਤੱਕੀ, ਇਹਨਾਂ ਕੇਸਾਂ ਚੋਂ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਏਗਾ। ਧਿਆਨ ਦਿਓ, ਸਿੱਖ ਦੇ ਮੁਖੜੇ ਤੇ ਵਸਦਾ ਦਾੜਾ, ਸਿੱਖ ਦੇ ਸੀਸ ਤੇ ਵਸਦੇ ਹੋਏ ਸੁੰਦਰ ਕੇਸ, ਅਕਾਲ ਪੁਰਖ ਪਰਮਾਤਮਾ ਦੀ ਬਖਸ਼ੀ ਗੁਰੂ ਦੇ ਰਾਹੀਂ ਇੱਕ ਮਹਾਨ ਨਿਸ਼ਾਨੀ ਹੈ। ਜੇ ਸਾਡੇ ਅੰਦਰ ਇਹ ਭਾਵਨਾ ਹੋਵੇ ਤੇ ਚੇਤਾ ਰਹੇ, ਸਿੱਖ ਕਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਦਾ। ਖੈਰ, ਇਹ ਕਾਫਲਾ ਅਸੀਸਾਂ ਦੇ ਗੁਰੂ ਗੋਬਿੰਦ ਸਿੰਘ ਭਾਈ ਗੁਰਬਖਸ਼ ਸਿੰਘ ਨੂੰ ਆਨੰਦਪੁਰ ਸਾਹਿਬ ਮਹਾਰਾਜ ਨੇ ਛੱਡਿਆ। ਸਤਿਗੁਰੂ ਕਾਫਲਾ ਲੈ ਕੇ ਨਿਰਮੋਹਗੜ੍ਹ ਦੇ ਕਿਲੇ ਵਾਲੇ ਪਾਸੇ ਤੋਂ ਸ਼ਾਹੀ ਟਿੱਬੀ ਵੱਲ ਨੂੰ ਚੱਲਦੇ ਹਨ। ਸ਼ਾਹੀ ਟਿੱਬੀ ਤੋਂ ਜਦੋਂ ਮਹਾਰਾਜ ਕੀਰਤਪੁਰ ਸਾਹਿਬ ਦੇ ਇਲਾਕੇ ਤੋਂ ਸਰਸਾ ਨੂੰ ਮੁੜਦੇ ਨੇ, ਇੱਥੇ ਜਾ ਕੇ ਰੌਲਾ ਪੈਂਦਾ ਟਿੱਡੀ ਦਲ ਦਾ, ਪਹਾੜੀਆਂ ਦਾ, ਮੁਗਲਾਂ ਦਾ, ਕਿ ਸਮੇਤ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਕਾਫਲਾ ਜਾ ਰਿਹਾ, ਲੁੱਟਿਆ ਜਾਂਦਾ ਹੈ ਤੇ ਲੁੱਟ ਲੋ, ਮਾਰਿਆ ਜਾਂਦਾ ਤੇ ਮਾਰ। ਪਰ ਚਲਦਿਆਂ ਕਾਫਲਾ ਲਮੇਰਾ ਹੈ। ਸਤਿਗੁਰੂ ਸਰਸਾ ਦੇ ਕੰਢੇ ਅਪੜਦੇ ਹਨ। ਮਹਾਰਾਜ ਇੱਕ ਆਵਾਜ਼ ਦਿੰਦੇ ਨੇ, ਗੁਰਸਿੱਖ ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਬਚਨ ਸਾਡੀ ਝੋਲੀ ਪਾਇਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵਕਤ ਆਇਆ ਹੈ ਰੱਬੀ ਬਾਣੀ ਦੀ ਉਸਤਤ, ਅਕਾਲ ਦੀ ਉਸਤਤ ਕਰੀਏ। ਪਰ ਅੱਜ ਸੀਸ ਤੇ ਚੰਦੋਆ ਸਾਹਿਬ ਨਹੀਂ, ਕੋਈ ਸਿੰਘਾਸਣ ਨਹੀਂ, ਰੜੇ ਤੇ ਬੈਠ, ਬਹਿੰਦੀਆਂ ਬੂੰਦਾਂ ਦੇ ਵਿੱਚ, ਮੀਂਹ ਵਿੱਚ ਮਹਾਰਾਜ ਨੇ ਬੈਠ ਰੱਬੀ ਬਾਣੀ ਰਾਹੀਂ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਦੂਸਰੇ ਪਾਸੇ ਕਮਸਾਨ ਦਾ ਯੁੱਧ ਮਚਿਆ, ਜਿੱਥੇ ਹੋਰ ਪਿਆਰੇ ਸਿੱਖ, ਉਹਨਾਂ ਵਿੱਚ ਮੁਖੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਸਾਹਿਬ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ, ਬੜਾ ਸਮਾਂ ਇੱਥੇ ਯੁੱਧ ਚੱਲਦਾ ਰਿਹਾ। ਔਰ ਇਸ ਯੁੱਧ ਦੇ ਵਿੱਚ ਭਾਈ ਉਦੈ ਸਿੰਘ ਤੇ ਭਾਈ ਜੀਵਨ ਸਿੰਘ ਜੀ ਦੀ ਸ਼ਹਾਦਤ ਸਰਸਾ ਦੇ ਕੰਢੇ ਹੁੰਦੀ ਹੈ। ਪਰ ਇੱਥੇ ਵਿਦਵਾਨ ਪੁਰਖਾਂ ਬੜੇ ਪਿਆਰੇ ਬੋਲ ਲਿਖੇ ਹਨ ਕਿ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਆ, ਹਜ਼ੂਰ ਦੇ ਸਾਹਮਣੇ ਬੈਠੇ ਹਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬੁੱਢੜੀ ਮਾਂ ਗੁਜਰ ਕੌਰ ਸਾਹਮਣੇ ਹੈ, ਹਜ਼ੂਰ ਦੇ ਮਹਿਲ ਭਾਈ ਮਨੀ ਸਿੰਘ ਨਜ਼ਦੀਕ ਨੇ। ਪਰ ਕਹਿੰਦੇ ਨੇ ਇਹ ਉਹ ਆਖਰੀ ਪਲ ਨੇ, ਪਿਤਾ ਨੇ ਅੱਜ ਆਖਰੀ ਵਾਰ ਮਾਤਾ ਜੀ ਨੂੰ ਤੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਅੱਜ ਆਖਰੀ ਵਾਰ ਵੇਖਣਾ, ਮੁੜ ਕਦੇ ਨਹੀਂ ਤੱਕਣਾ। ਮਹਿਲਾਂ ਨੂੰ ਹਜ਼ੂਰ ਤੱਕਦੇ ਨੇ, ਪਰ ਛੋਟੇ ਸਾਹਿਬਜ਼ਾਦਿਆਂ ਤੇ ਬਜ਼ੁਰਗ ਮਾਂ ਨੇ ਅੱਜ ਆਖਰੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਨੇ। ਅੱਜ ਵਿਛੋੜਾ ਪੈਣਾ ਹੈ, ਮੁੜ ਕਦੇ ਮਿਲਣਾ ਨਹੀਂ। ਇਥੋਂ ਮਹਾਰਾਜ ਅੰਮ੍ਰਿਤਮਈ ਗੁਰਬਾਣੀ ਰਾਹੀਂ ਪੜ੍ਹਦਿਆਂ ਜਪਦਿਆਂ ਸਰਸਾ ਨਦੀ ਨੂੰ ਪਾਰ ਕੀਤਾ ਹੈ। ਇਥੋਂ ਪਰਿਵਾਰ ਦੇ ਵਿੱਚ ਵਿਛੋੜਾ ਪੈਣਾ। ਭਾਈ ਮਨੀ ਸਿੰਘ ਗੁਰੂ ਕੇ ਮਹਿਲਾਂ ਰਾਹੀਂ ਦਿੱਲੀ ਦੀ ਧਰਤੀ ਵੱਲ ਚੱਲਦੇ ਆ, ਔਰ ਇਥੋਂ ਸਤਿਕਾਰਯੋਗ ਮਾਂ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਔਰ ਇੱਕ ਗੁਰੂ ਕਾ ਸਿੱਖ ਭਾਈ ਦੁੰਨਾ ਸਿੰਘ ਹੰਡੂਰੀਆ, ਜਿਹੜਾ ਅਖੀਰ ਤੱਕ ਨਾਲ ਆਇਆ। ਜੋ ਕੁਝ ਬੀਤਿਆ ਇਹਦੀ ਇੱਕ ਲਿਖਤ ਹੈ ਜੀ, ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮਹੁਰਾ ਲਿਖੀ, ਜਿਹਦਾ ਨਾਮ ਹੈ ਕਥਾ ਗੁਰੂ ਜੀ ਕੇ ਸੁਤਨ ਕੀ। ਕਿੱਥੇ ਕਿੱਥੇ ਸਾਹਿਬਜ਼ਾਦੇ ਰੁਕੇ। ਪਹਿਲਾ ਪੜਾ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ, ਉਹ ਕੁੰਮੇ ਮਾਸ਼ਕੀ ਦੀ ਇੱਕ ਸਾਦੀ ਜਿਹੀ ਚੁੱਗੀ ਵਿੱਚ ਹੈ।
ਸਰਸਾ ਨੂੰ ਪਾਰ ਕਰਦਿਆਂ ਕੀਮਤੀ ਰਚਨਾਵਾਂ 52 ਕਵੀਆਂ ਦੀਆਂ ਵੀ ਰੁੜਦੀਆਂ ਨੇ। ਔਰ ਸਿੱਖ ਜਿਹੜੇ ਕਈ ਸਮਿਆਂ ਦੇ ਭੁੱਖ ਨਿਭਾਣੇ ਇੱਥੇ ਰੁੜਦੇ ਹੋਏ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਹੱਥ ਜੋੜ ਸਿਜਦਾ ਕਰਦੇ ਨਜ਼ਰ ਆਏ, ਪਰ ਇੱਥੇ ਰੁੜ ਕੇ ਸਰਸਾ ਨੂੰ ਪਾਰ ਕਰਦੇ ਨੇ। ਅੱਗੇ ਇਲਾਕੇ ਦੇ ਕੁਝ ਕੁ ਰਾਜਪੂਤ ਰੰਗੜ ਤੇ ਗੁੱਜਰ ਫਿਰ ਖੜੋਤੇ ਨੇ, ਜਿਨ੍ਹਾਂ ਨੇ ਫਿਰ ਇੱਥੇ ਇੱਕ ਝੜਪ ਮਹਾਰਾਜ ਨਾਲ ਕੀਤੀ। ਇਤਿਹਾਸ ਦੀ ਲੜੀ ਹੈ ਇਹ ਕਿ ਰੰਗੜਾਂ ਤੇ ਗੁੱਜਰਾਂ ਦਾ ਮਹਾਰਾਜ ਨੇ ਜਾਂ ਮਰਦੀ ਨਾਲ ਮੁਕਾਬਲਾ ਕੀਤਾ, ਪਰ ਇਸ ਜੰਗ ਦੇ ਵਿੱਚ, ਇਸ ਝੜਪ ਦੇ ਵਿੱਚ ਭਾਈ ਬਚਿੱਤਰ ਸਿੰਘ ਸਭ ਤੋਂ ਜ਼ਿਆਦਾ ਜ਼ਖਮੀ ਹੋਏ। ਭਾਈ ਬਚਿੱਤਰ ਸਿੰਘ ਜੀ ਦੇ ਇਤਨੇ ਕੁ ਫੱਟ ਲੱਗੇ, ਸਰੀਰ ਦਾ ਖੂਨ ਜਿਹੜਾ ਉਹ ਨਿਚੜਨਾ ਸ਼ੁਰੂ ਹੋਇਆ। ਮਹਾਰਾਜ ਇੱਥੋਂ ਚੱਲ ਪਿੰਡ ਬੂਰ ਮਾਜਰਾ, ਪਿੰਡ ਮਣੀ ਮਾਜਰਾ ਰਾਹੀਂ ਚਮਕੌਰ ਤੋਂ ਬਹੁਤ ਪਿੱਛੇ ਇਲਾਕੇ ਇੱਕ ਸਾਈਡ ਤੇ ਨਗਰ ਹੈ। ਅੱਜ ਕੱਲ ਉਹਦਾ ਨਾਂ ਹੈ ਕੋਟਲਾ ਨਿਹੰਗ ਖਾਂ, ਉਦੋਂ ਉਹਦਾ ਨਾਂ ਸੀ ਕੋਟਲਾ। ਸਤਿਗੁਰੂ ਇਸ ਨਗਰ 'ਚ ਚਰਨ ਪਾਏ, ਇੱਕ ਦਰਵਾਜ਼ਾ ਖੜਕਾਇਆ। ਉਸ ਦਰਵਾਜ਼ੇ ਚੋਂ ਇੱਕ ਮੁਸਲਮਾਨ ਰੱਬ ਦਾ ਪਿਆਰਾ ਗੁਰੂ ਦਾ ਸਿੱਦਕੀ ਸਿੱਖ ਨਿਕਲਿਆ। ਉਹਦਾ ਨਾਂ ਹੈ ਜੀ ਨਿਹੰਗ ਖਾਂ। ਇਹ ਉਹੀ ਨਿਹੰਗ ਖਾਂ ਹੈ, ਭਾਈ ਗਨੀ ਖਾਂ ਤੇ ਨਬੀ ਖਾਂ ਦਾ ਸਕਾ ਮਾਮਾ ਹੈ। ਦਰਵਾਜ਼ਾ ਖੁੱਲਿਆ, ਮਹਾਰਾਜ ਜੀ ਨੂੰ ਵੇਖ ਉਹਨੇ ਚਰਨ ਪਰਸੇ। ਮਹਾਰਾਜ ਤੁਸੀਂ? ਹਜ਼ੂਰ ਕਹਿੰਦੇ ਅਸੀਂ ਚਲੇ ਜਾਣਾ ਹੈ, ਇੱਕ ਸੇਵਾ ਲੈਣਾ ਹੈ। ਮਹਾਰਾਜ ਹੁਕਮ ਕਰੋ। ਸਤਿਗੁਰੂ ਕਹਿੰਦੇ ਨੇ ਸਾਡਾ ਸਿੱਦਕੀ ਸਿੱਖ ਬੜੀ ਹਿੰਮਤ ਨਾਲ ਜੂਝਿਆ, ਪਰ ਬਹੁਤ ਜ਼ਿਆਦੇ ਫੱਟਾਂ ਕਰਕੇ ਇਹਨੂੰ ਅੱਗੇ ਨਹੀਂ ਲਿਜਾ ਸਕਦੇ, ਪਰ ਇਹਦੀ ਸੰਭਾਲ ਤੁਹਾਡੇ ਜ਼ਿੰਮੇ ਹੈ। ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਇੱਥੇ ਛੱਡਿਆ, ਆਪ ਸਤਿਗੁਰੂ ਚਮਕੌਰ ਵੱਲ ਨੂੰ ਪਿਆਨਾ ਕਰਦੇ ਆ। ਭਾਈ ਬਚਿੱਤਰ ਸਿੰਘ ਜੀ ਨੂੰ ਘਰ ਦੇ ਵਿੱਚ ਲਟਾ ਕੇ ਜ਼ਖਮਾਂ ਨੂੰ ਸਾਫ਼ ਕੀਤਾ, ਪਰ ਇਤਨੇ ਚਿਰ ਨੂੰ ਪਿੱਛੋਂ ਚੱਲਿਆ ਹੋਇਆ ਪਹਾੜੀ ਦਲ ਮੁਗਲ ਲੋਕਾਂ ਨੇ ਪਿੰਡਾਂ ਰਾਹੀਂ ਸੂਹ ਲੈਂਦਿਆਂ ਪਿੰਡ ਕੋਟਲੇ ਨੂੰ ਘੇਰਾ ਪਾਇਆ। ਕੱਲੇ ਕੱਲੇ ਦਰਵਾਜ਼ਾ ਖੋਲ ਘਰਾਂ ਦੀ ਤਲਾਸ਼ੀ ਸ਼ੁਰੂ ਹੋਈ ਕਿ ਗੁਰੂ ਤੋਂ ਦੇ ਸਿੱਖ ਇੱਥੇ ਲੁਕੇ ਹੋਏ। ਚਲਦਿਆਂ ਚਲਦਿਆਂ ਭਾਈ ਨਿਹੰਗ ਖਾਂ ਦੀ ਵਾਰੀ ਆਉਣੀ ਹੈ। ਭਾਈ ਨਿਹੰਗ ਖਾਂ ਦੀ ਤਕਰੀਬਨ 17 ਵਰਿਆਂ ਦੀ ਬੇਟੀ ਹੈ ਜੀ, ਉਹਦਾ ਨਾਂ ਇਤਿਹਾਸ ਨੇ ਲਿਖਿਆ ਮੁਮਤਾਜ਼। ਭਾਈ ਨਿਹੰਗ ਖਾਂ ਕਹਿੰਦੇ ਨੇ ਬੇਟਾ ਹਜ਼ੂਰ ਨੇ ਬੜੀ ਕਿਰਪਾ ਸਦਕਾ ਸਾਨੂੰ ਸੇਵਾ ਬਖਸ਼ੀ ਹੈ, ਪਰ ਮੇਰੇ ਬੇਟਾ ਇਸ ਸਿੱਖ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਅੱਜ ਤੇਰੀ ਲੋੜ ਹੈ, ਸੇਵਾ ਕਰਨੀ ਹੈ। ਬੇਟੀ ਹੱਥ ਜੋੜੇ, ਅੱਬਾ ਹਜ਼ੂਰ ਦੱਸੋ। ਕਹਿਣ ਲੱਗੇ ਇਹਦੇ ਸਰੀਰ ਨੂੰ ਚੰਗੀ ਤਰ੍ਹਾਂ ਬਸਤਰਾਂ ਨਾਲ ਕੱਜ ਕੇ, ਇਹਦੇ ਪੈਰਾਂ ਵਾਲੇ ਪਾਸੇ ਬਹਿ ਕੇ ਇਹਦੇ ਪੈਰਾਂ ਨੂੰ ਕੁੱਟੀ। ਜੇ ਕੋਈ ਤੈਨੂੰ ਪੁੱਛੇ ਇਹ ਕੌਣ ਹੈ, ਸਿਰਫ ਇਹ ਕਹਿਣਾ ਹੈ ਇਹ ਮੇਰਾ ਖਵੰਦ ਹੈ, ਇਹ ਮੇਰਾ ਪਤੀ ਹੈ। ਇਤਨੇ ਸਮੇਂ ਚ ਮੁਗਲ ਆਏ ਜੀ, ਦਰਵਾਜ਼ਾ ਬੰਦ ਖੁੱਲਿਆ। ਨਿਹੰਗ ਖਾਂ ਨੂੰ ਪੁੱਛਦੇ ਨੇ ਸੁਣਿਆ ਸਿੱਖ ਤੇ ਗੁਰੂ ਤੇਰੇ ਘਰ ਆਏ ਨੇ। ਕਹਿਣ ਲੱਗੇ ਨਹੀਂ ਜੀ ਇੱਥੇ ਨਹੀਂ। ਉਹਨਾਂ ਕੱਲਾ ਕੱਲਾ ਕਮਰਾ ਵੇਖਿਆ, ਇੱਕ ਕਮਰੇ ਦਾ ਦਰਵਾਜ਼ਾ ਬੰਦ। ਆਖਿਆ ਇੱਥੇ ਕੌਣ ਹੈ? ਉਹ ਕਹਿੰਦੇ ਨੇ ਇੱਥੇ ਮੇਰੀ ਬੇਟੀ ਤੇ ਮੇਰਾ ਜਵਾਈ ਬੈਠੇ। ਕਹਿਣ ਲੱਗੇ ਸਾਨੂੰ ਵਿਸ਼ਵਾਸ ਨਹੀਂ, ਬੂਹਾ ਖੋਲ। ਬੂਹਾ ਖੋਲਿਆ ਤੇ ਭਾਈ ਬਚਿੱਤਰ ਸਿੰਘ ਲੇਟੇ ਨੇ, ਅੱਤ ਦੇ ਜ਼ਖਮੀ ਨੇ, ਸਰੀਰ ਕੱਜਿਆ ਹੋਇਆ। ਬੀਬੀ ਮੁਮਤਾਜ਼ ਕੋਲ ਬੈਠੇ ਆ, ਲੱਤਾਂ ਨੂੰ ਪੈਰਾਂ ਨੂੰ ਘੁੱਟਦੀ ਹੈ। ਪੁੱਛਦੇ ਨੇ ਬੇਟਾ ਇਹ ਕੌਣ ਹੈ? ਆਖਿਆ ਜੀ ਇਹ ਮੇਰੇ ਖਾਵੰਦ ਨੇ, ਮੇਰੇ ਪਤੀ ਨੇ। ਉਹ ਇੰਨੀ ਗੱਲ ਸੁਣ ਕੇ ਚਲੇ ਗਏ। ਕੁਝ ਸਮੇਂ ਬਾਅਦ ਭਾਈ ਬਚਿੱਤਰ ਸਿੰਘ ਦੇ ਸਾਹਾਂ ਦੀ ਡੋਰ ਟੁੱਟ ਗਈ, ਸ਼ਹੀਦੀ ਪ੍ਰਾਪਤ ਕਰ ਗਏ। ਸ਼ਾਮ ਦਾ ਵੇਲਾ ਹੋਇਆ, ਲੋਕਾਂ ਚੁੱਲ੍ਹੇ ਅੱਗ ਬਾਲੀ। ਭਾਈ ਨਿਹੰਗ ਖਾਂ ਤੇ ਬੇਟੀ ਮੁਮਤਾਜ਼ ਨੇ ਆਪਣੇ ਘਰ ਦੇ ਵਿੱਚ ਹੀ ਭਾਈ ਬਚਿੱਤਰ ਸਿੰਘ ਜੀ ਦਾ ਦਾਹ ਸੰਸਕਾਰ ਕੀਤਾ। ਕਹਿੰਦੇ ਨੇ ਜਦੋਂ ਸ਼ਾਮੀ ਸੰਸਕਾਰ ਹੋ ਗਏ, ਬੀਬੀ ਮੁਮਤਾਜ਼ ਜੀ ਕੋਲ ਆ ਕੇ ਕਹਿੰਦੇ ਨੇ ਬੇਟੇ ਅੱਬਾ ਜੀ ਤੁਸਾਂ ਨੇ ਮੇਰਾ ਰਿਸ਼ਤਾ ਬੱਸੀ ਦੇ ਪਠਾਨ ਨਾਲ ਜੋੜਿਆ, ਜਿਹੜਾ ਕਿਰਦਾਰ ਕਰਕੇ ਬਹੁਤਾ ਚੰਗਾ ਨਹੀਂ, ਪਰ ਤੁਸਾਂ ਨੇ ਜਿੱਥੇ ਰਿਸ਼ਤਾ ਜੋੜਿਆ ਹੈ ਮੈਂ ਕਬੂਲ ਕਰ ਲਿਆ ਹੈ। ਪਰ ਮੈਂ ਇੱਕ ਅਰਜ਼ ਕਰਨ ਲੱਗੀ ਹਾਂ, ਵਾਅਦਾ ਕਰਦੀ ਹਾਂ ਗੁਰੂ ਸਾਹਿਬ ਦੇ ਚਰਨਾਂ ਸਦਕਾ
ਅੱਬਾ ਮੈਂ ਤੇਰੀ ਦਸਤਾਰ ਤੇ ਆਪਣੀ ਚੁੰਨੀ ਨੂੰ ਰਹਿੰਦੇ ਸਾਹਾਂ ਤੱਕ ਦਾਗ ਨਹੀਂ ਲੱਗਣ ਦਿੰਦੀ, ਪਰ ਮੈਨੂੰ ਵਿਆਹੀ ਨਾ, ਮੈਨੂੰ ਇਸ ਸ਼ਹੀਦ ਦੀ ਪਤਨੀ ਰਹਿਣ ਦੇ। ਮੈਂ ਇਸ ਸ਼ਹੀਦ ਦੀ ਪਤਨੀ ਬਣ ਕੇ ਜੀਵਾਂਗੀ। ਪੜ੍ਹਿਓ ਕਿਤਾਬ ਬੀਬੀ ਬਲਵੰਤ ਕੌਰ ਜੀ ਨੇ ਲੇਖ ਲਿਖਿਆ ਹੈ, ਅਜੋਕੇ ਸਿੱਖ ਤੇ ਪੁਰਾਤਨ ਸਿੱਖ। ਉਹ ਕਹਿੰਦੇ ਨੇ ਬੀਬੀ ਮੁਮਤਾਜ਼ ਜੀ 92 ਸਾਲ ਦੇ ਹੋ ਕੇ ਦੁਨੀਆ ਤੋਂ ਗਏ, ਪਰ ਸਮੁੱਚਾ ਜੀਵਨ ਬੇਦਾਗ ਰਿਹਾ। ਅੱਜ ਵੀ ਕੋਟਲਾ ਨਿਹੰਗ ਖਾਂ ਦਾਸ ਨੇ ਦੀਦਾਰ ਕੀਤੇ ਨੇ। ਪਹਾੜੀ ਦੇ ਉੱਪਰ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ। ਇਹ ਇਤਿਹਾਸ ਦੀ ਲੜੀ ਹੁਕਮ ਹੋਇਆ ਸੀ ਇੱਥੋਂ ਤੱਕ, ਕਿਉਂਕਿ ਰਵਾਨਗੀ ਅਗਲੇ ਦਿਨਾਂ ਦੇ ਵਿੱਚ ਚੱਲਦੀ ਰਹੇਗੀ। ਦਿੱਤਾ ਸਮਾਂ ਵੀ ਸਮਾਪਤ ਹੈ। ਭਾਵਨਾ ਬਣਾਇਓ ਗੁਰਮੁਖੋ ਇਹਨਾਂ ਦਿਨਾਂ ਦੇ ਅੰਦਰ। ਉਹ ਪਲ, ਉਹ ਸਮਾਂ ਸਾਡੀਆਂ ਅੱਖਾਂ ਸਾਹਮਣੇ ਆਏ। ਅਸੀਂ ਸਹਿਬ ਪਿਤਾ ਦੇ ਚਰਨਾਂ ਦੇ ਦੀਦਾਰਾਂ ਨੂੰ ਪਰਸਦਿਆਂ ਹੋਇਆਂ ਕਮ ਸੇ ਕਮ ਆਪਣੇ ਸਰੂਪ ਉਹਨਾਂ ਵਰਗੇ ਔਰ ਉਹਨਾਂ ਦੀਆਂ ਪਾਈਆਂ ਹੋਈਆਂ ਸੰਦਲੀ ਪੈੜਾਂ ਤੇ ਆਪਣੇ ਜੀਵਨ ਨੂੰ ਤੋਰ ਸਕੀਏ। ਸਾਹਿਬ ਕਿਰਪਾ ਕਰਨ। ਵਿਚਾਰ ਕਹਿੰਦਿਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਨੌਜਵਾਨ ਵੀਰਾਂ ਦਾ, ਆਪ ਸੰਗਤ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਆ। ਬਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।